फस्ट ऑफ ऑल सत श्री अकाल सारिਆਂ ਨੂੰ गुड ईवनिंग। मेरा नाम बलजीत है ਤੇ ਅਸੀਂ ਲੁਧਿਆਣੇ ਤੋਂ ਆਏ ਹਾਂ। ਮੇਰੇ ਹਸਬੈਂਡ ਕਰਨਲ ਪ੍ਰਦੀਪ ਨੇ, ਰਿਟਾਇਰਡ ਆਰਮੀ ਆਫਿਸਰ, ਤੇ ਸਾਨੂੰ ਆਂਦਿਆਂ ਨੂੰ ਇੱਥੇ 10.5 ਸਾਲ ਹੋ ਗਏ ਜੁੜੇ ਹੋਏ ਇਸ ਪ੍ਰੋਗਰਾਮ ਦੇ ਨਾਲ, ਕਿਉਂਕਿ ਇਹ ਪ੍ਰੋਗਰਾਮ ਖਤਮ ਹੋਣ ਵਾਲਾ ਨਹੀਂ ਹੈ। ਲਾਈਕ ਹੈ ਨਾ, ਸੋ ਇਹ ਇੱਕ ਸਕਿੱਲ, ਸਭ ਤੋਂ ਵੱਡੀ ਸਕਿੱਲ ਹੈ ਕਿ ਇਹਦੇ ਨਾਲ ਜੁੜੇ ਰਹਿਣਾ ਹੀ ਸਾਡੀ ਇੱਕ ਜ਼ਿੰਦਗੀ ਦੀ ਲਾਈਫ ਲਾਈਨ ਹੈ। ਬਸ ਅਸੀਂ ਉਹਦੇ ਨਾਲ ਹੀ ਚੱਲਣਾ ਜਿੰਨੀ ਜ਼ਿੰਦਗੀ ਹੈ ਸਾਡੀ। ਜੁੜੇ ਰਵਾਂਗੇ ਤੇ ਅਸੀਂ ਬਚੇ ਰਵਾਂਗੇ, ਟੁੱਟ ਜਾਵਾਂਗੇ ਤੇ ਅਸੀਂ ਵੀ ਖਤਮ ਹੋ ਜਾਵਾਂਗੇ। ਇੱਕ ਵੈਲਿਡ ਪੁਆਇੰਟ ਤੁਹਾਡਾ ਸਰ ਬਹੁਤ ਅੱਛਾ ਲੱਗਿਆ ਮੈਨੂੰ, ਜਦੋਂ ਤੁਸੀਂ ਕਿਹਾ ਕਿ ਜਦੋਂ ਆਪਾਂ ਜ਼ਿੰਦਗੀ ਨੂੰ ਬਹੁਤ ਨੇੜਿਓਂ ਦੇਖਦੇ ਹਾਂ ਨਾ, ਕਿ ਆਪਾਂ ਜਾ ਰਹੇ ਹਾਂ ਇਸ ਦੁਨੀਆ ਤੋਂ, ਉਦੋਂ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਕਿੰਨੀ ਕੁ ਕੀਮਤੀ ਹੈ। ਔਰ ਫਿਰ ਆਪਾਂ ਨੂੰ ਲੱਗਦਾ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਮਿਸ ਆਊਟ ਕਰ ਰਹੇ ਹਾਂ ਨਾ, ਉਹ ਚੀਜ਼ਾਂ ਅਸੀਂ ਹੁਣ ਪ੍ਰੈਕਟਿਸ ਕਰੀਏ ਆਪਣੀ ਲਾਈਫ ਦੇ ਵਿੱਚ। ਉਹ ਅਹਿਸਾਸ ਉਦੋਂ ਹੀ ਆਉਂਦਾ ਜਦੋਂ ਅਸੀਂ ਬਹੁਤ ਕਲੋਜ਼ਲੀ ਡੈਥ ਨੂੰ ਆਪਣੇ ਕੋਲ ਖੜੇ ਦੇਖਦੇ ਹਾਂ। ਉਹ ਬੇਟੀ ਬੈਠੀ ਹੈ, ਐਗਜ਼ਾਮਪਲ ਹੈ, ਸਟੀਵਨ ਜੌਨਸਨ ਹੋਇਆ ਕੋਵਿਡ ਦੇ ਟਾਈਮ ਤੇ ਉੱਪਰ। 4 ਦਿਨ ਅਸੀਂ ਹਸਪੀਟਲ ਰਹਿ ਕੇ ਆਏ। ਤੁਸੀਂ ਕਹਿ ਰਹੇ ਸੀ ਨਾ ਦਵਾਈਆਂ ਦੇ ਸਾਈਡ ਇਫੈਕਟਸ ਹੁੰਦੇ ਨੇ, somebody said ਸਾਈਡ ਇਫੈਕਟਸ ਹੁੰਦੇ ਨੇ। ਜਾਨ ਤੋਂ ਬਿਹਤਰ ਉੱਪਰ ਕੋਈ ਚੀਜ਼ ਨਹੀਂ। ਦਵਾਈ ਖਾਓਗੇ ਤਾਂ ਜਾਨ ਬਚੀ ਹੋਈ ਹੈ। ਉਹਨੇ ਵੀ ਦਵਾਈ ਖਾਧੀ, ਉਹਨੇ ਸਟੀਰੋਇਡਸ ਵੀ ਲਿੱਤੇ, ਕਿਉਂਕਿ ਉਹ ਤਾਂ ਜਾਨ ਵਾਲੀ ਸੀ। ਉਹ ਬਿਲਕੁਲ ਫੇਟਲ ਡਿਜ਼ੀਜ਼ ਸੀ ਉਸ ਟਾਈਮ ਦੇ ਉੱਪਰ, ਆਰ ਜਾਂ ਪਾਰ ਸੀ। ਉਹ ਤਾਂ ਥੈਂਕਫੁਲੀ ਡਾਕਟਰ ਜਿਹੜੀ ਸੀਗੀ ਉਹਨੇ ਇੱਕਦਮ ਰਿਕਗਨਾਈਜ਼ ਕਰ ਲਿਆ ਕਿ ਕਿੱਥੇ ਇਸ਼ੂ ਹੈ। ਸਕਿਨ ਦੀ ਡਾਕਟਰ ਸੀਗੀ ਤੇ ਉਹਨੇ ਸਟੀਰੋਇਡਸ ਦਿੱਤੇ ਨੇ। ਹੁਣ ਉਸ ਟਾਈਮ ਤੇ ਸਾਡੇ ਲਈ ਕੀ ਇੰਪੋਰਟੈਂਟ ਸੀਗਾ, ਜਾਨ ਬਚਾਣੀ ਜਾਂ ਅਸੀਂ ਮੋਟਾਪਾ ਦੇਖਦੇ ਕਿ ਸਟੀਰੋਇਡਸ ਦੇ ਕੀ ਇਫੈਕਟਸ ਹੋਣਗੇ, ਸਾਈਡ ਇਫੈਕਟਸ। ਕੋਈ ਗੱਲ ਨਹੀਂ, ਉਹਦੇ ਨਾਲ ਆਪਾਂ ਪਿੱਛੋਂ ਡੀਲ ਕਰਾਂਗੇ। ਪਹਿਲਾਂ ਇੰਪੋਰਟੈਂਟ ਚੀਜ਼ ਹੈ ਅਸੀਂ ਆਪਣੀ ਲਾਈਫ ਨੂੰ ਬਚਾਉਣਾ। ਸੋ ਪ੍ਰਾਇਰਟੀਜ਼ ਲਾਈਫ ਦੇ ਵਿੱਚ ਬੜੀਆਂ ਕਲੀਅਰ ਹੋਣੀਆਂ ਚਾਹੀਦੀਆਂ ਨੇ ਕਿ ਆਪਾਂ ਜਿੱਧਰ ਨੂੰ ਚੱਲ ਰਹੇ ਹਾਂ। ਆਪਾਂ ਪਹਿਲਾ ਕੁਐਸਚਨ ਕਹਿੰਦੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਦਲਾਵ ਆਵੇ, ਪਰ ਆਪਾਂ ਪਰੇਸ਼ਾਨ ਆਲਰੇਡੀ ਹੈਗੇ ਹਾਂ ਕਿ ਇਸ ਬਿਮਾਰੀ ਦੇ ਵਿੱਚ ਸਾਨੂੰ ਪਰੇਸ਼ਾਨੀ ਸਭ ਨੂੰ ਹੈ। ਸਾਨੂੰ ਵੀ ਸੀਗੀ, ਹੁਣ ਵੀ ਆਉਂਦੀਆਂ ਨੇ ਪਰੇਸ਼ਾਨੀਆਂ। ਇਹ ਨਹੀਂ ਕਿ ਲਾਈਫ ਬੜੀ ਸਮੂਥ ਹੈ। ਲਾਈਫ ਇੰਨੀ ਸਮੂਥ ਹੋ ਜੂਗੀ, ਪਲੇਨ ਹੋ ਜੂਗੀ, ਤੇ ਬੜੀ ਮੋਨੋਟਨਸ ਤੇ ਡਲ ਹੋ ਜੂਗੀ। ਉਤਰਾਵ ਚੜਾਵ ਲਾਈਫ ਦੇ ਵਿੱਚ ਆਣੀ ਨੇ, ਪਰ ਅਸੀਂ ਉਹ ਉਤਰਾਵ ਚੜਾਵ ਨੂੰ ਹੈਂਡਲ ਕਰਨਾ ਸਿੱਖਣਾ, ਮੈਨੇਜ ਕਰਨਾ ਸਿੱਖਣਾ। ਪਰ ਸਾਡੇ ਪੇਸ਼ੈਂਟ ਦੇ ਵਿੱਚ ਉਹ ਸਕਿੱਲ ਕਈ ਵਾਰੀ ਨਹੀਂ ਹੁੰਦੀ, ਤੇ ਉਹੀ ਅਸੀਂ ਸਕਿੱਲਸ ਇੱਥੇ ਸਿੱਖਣ ਆਏ ਕਿ ਆਪਣੀ ਲਾਈਫ ਨੂੰ ਅਸੀਂ ਕਿਵੇਂ ਮੈਨੇਜ ਕਰੀਏ ਵਿਦਆਊਟ ਸਬਸਟੈਂਸ। ਦੈਟ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਤੇ ਲਾਈਫ ਸਕਿੱਲਸ ਸਾਰੀਆਂ ਤੁਹਾਨੂੰ ਇੱਥੇ ਦੱਸੀਆਂ ਜਾਂਦੀਆਂ, ਕੁਝ ਤੁਹਾਨੂੰ ਉੱਥੇ ਹਰਮਿਟੇਜ ਦੇ ਵਿੱਚ ਜਿਹੜਾ 100 ਡੇਜ਼ ਦਾ ਪ੍ਰੋਗਰਾਮ ਹੈ। ਐਂਡ 100 ਡੇਜ਼ ਦਾ ਪ੍ਰੋਗਰਾਮ ਆਲ ਓਵਰ ਦਾ ਵਰਲਡ ਸੇਮ ਹੈ, everywhere, even in America, even in Europe. तो ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਸ਼ਾਇਦ ਡਾਕਟਰ ਭਾਟੀਆ ਜਾਂ ਅਸੀਂ ਕੁਝ ਕਹਿ ਰਹੇ ਹਾਂ ਵੀ ਰੀਹੈਬ ਇਜ਼ ਵੈਰੀ ਇੰਪੋਰਟੈਂਟ। ਦੇਖੋ, ਜਦੋਂ ਅਸੀਂ ਇੱਥੇ ਡੀਟੌਕਸ ਕਰਾ ਲੈਂਦੇ ਹਾਂ, ਮਾਈਂਡ ਬ੍ਰੇਨ ਜਿਹੜਾ ਤੁਹਾਡਾ ਅਸੀਂ ਐਮਪਟੀ ਕਰ ਦਿੱਤਾ, ਬੋਡੀ ਟੌਕਸਿਕਸ ਤੋਂ ਅਸੀਂ ਫ੍ਰੀ ਕਰ ਦਿੱਤੀ ਹੈ। ਜਿੰਨੇ ਕੈਮੀਕਲ ਇੰਬੈਲੈਂਸਿਸ ਹੋਏ ਸੀ ਉਹਨਾਂ ਨੂੰ ਅਸੀਂ ਵਾਈਪ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਨੂੰ ਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਬੈਲੈਂਸ ਲੈ ਕੇ ਆਈਏ ਕਿਸੇ ਪਾਸੇ। ਹੁਣ ਜਦੋਂ ਤੁਸੀਂ ਮੋਬਾਈਲਸ ਯੂਜ਼ ਕਰਦੇ ਆ, ਇੰਨਾ ਇੰਟਰਨੈਟ ਯੂਜ਼ ਕਰਦੇ ਆ, ਆਪਣਾ ਮੋਬਾਈਲ ਕਈ ਵਾਰੀ ਹੈਂਗ ਕਰ ਜਾਂਦਾ। ਕਿਉਂ ਕਰਦਾ ਹੈਂਗ? ਬਿਕੋਜ਼ ਇਟ ਇਜ਼ ਕਲੌਗਡ, ਦੇयर ਇਜ਼ ਸੋ ਮਚ ਆਫ ਮਟੀਰੀਅਲ ਇਨ ਇਟ ਵਿਚ ਇਜ਼ ਨਾਟ ਆਫ ਯੂਜ਼। ਅਸੀਂ ਨਹੀਂ ਉਹਨਾਂ ਚੀਜ਼ਾਂ ਨੂੰ ਯੂਜ਼ ਕਰਦੇ, ਪਰ ਅਸੀਂ ਐਪਸ ਡਾਊਨਲੋਡ ਕਰੀ ਜਾਂਦੇ ਹਾਂ, ਤੇ ਇਸ ਕਰਕੇ ਉਹਦੇ 'ਚ ਜਿਹੜਾ ਇਨਬਾਕਸ ਆ ਪੂਰਾ ਇੰਨਾ ਕੁ ਚੀਜ਼ਾਂ ਨਾਲ ਭਰ ਜਾਂਦਾ ਕਿ ਆਪਾਂ ਨੂੰ ਇੱਕ ਟਾਈਮ ਦੇ ਉੱਪਰ ਜਿਹੜਾ ਸਾਡਾ ਫੋਨ ਹੈ ਉਹ ਕਈ ਵਾਰੀ ਕ੍ਰੈਸ਼ ਕਰ ਜਾਂਦਾ। So then we have to go in for a new phone. So same ਚੀਜ਼ ਹੈ ਸਾਡੇ ਬ੍ਰੇਨ ਦੀ। ਅਸੀਂ ਇੰਨਾ ਕੁਝ ਉਸ ਦੇ ਭਰ ਲੈਂਦੇ ਹਾਂ, ਉਹ ਹੁਣ ਜਦੋਂ ਐਮਪਟੀ ਹੋ ਗਿਆ, ਤਾਂ ਹੁਣ ਇਨਬਾਕਸ ਖਾਲੀ ਹੋਇਆ, ਤੇ ਉਹਦੇ 'ਚ ਹੁਣ ਕੀ ਭਰਨਾ ਹੈ? ਖਾਲੀਪਨ ਨੂੰ ਕਿਵੇਂ ਕਵਰ ਕਰਨਾ ਹੈ? ਡਾਕਟਰ ਸਾਹਿਬ ਨੇ ਤੁਹਾਡੀ ਬੋਡੀ ਕਲੀਨ ਕਰਤੀ, ਬ੍ਰੇਨ ਨੂੰ ਕਲੀਨ ਕੀਤਾ। ਘਰ ਦੀ ਸਫਾਈ ਕਰਦੇ ਆ ਨਾ ਆਪਾਂ, ਹੱਲ ਕੁੰਜਿਆਂ 'ਚੋਂ ਜਾਲੇ ਲਾਉਂਦੇ ਆ, ਕੂੜਾ ਕੱਢਦੇ ਆ। ਇਟ ਇਜ਼ ਦ ਸੇਮ ਥਿੰਗ। ਦਿਮਾਗ ਦੀ ਸਫਾਈ ਹੋ ਰਹੀ ਹੈ। ਜੋ ਦਿਮਾਗ ਦੀ ਸਫਾਈ ਹੋ ਗਈ, ਫਿਰ ਉਹਨੂੰ
ਇੱਕ ਸੇਫ এনवायरमेंट ਚਾਹੀਦਾ। ਅਸੀਂ ਉਹ ਇੰਨੇ ਰॉ ਬ੍ਰੇਨ ਨੂੰ ਬਾਹਰ ਲੈ ਜਾਂਦੇ ਆ, ਇੱਥੋਂ ਨਿਕਲਾਂਗੇ ਸੜਕ ਤੇ ਗਏ, ਉਹ ਸਾਹਮਣੇ ਚੀਜ਼ਾਂ ਉਹੀ ਦਿਸ ਰਹੀਆਂ ਨੇ, ਕਿਉਂਕਿ ਦੁਨੀਆ 'ਚ ਤਾਂ ਦੁਨੀਆ ਤਾਂ ਉਹੀ ਰਹਿਣੀ ਹੈ। ਸ਼ਰਾਬ ਦੇ ਠੇਕੇ ਵੀ ਮਿਲਨੇ ਨੇ, ਰੇਹੜੀਆਂ ਦੇ ਉੱਪਰ ਫੀਮ ਵੀ ਮਿਲਣੀ ਹੈ, ਇਟ ਇਜ਼ ਅਵੇਲੇਬਲ। ਪਰ ਹੁਣ ਅਸੀਂ ਆਪਣੇ ਆਪ ਦਾ ਬਚਾਅ ਕਿਵੇਂ ਰੱਖਣਾ, ਉਹ ਅਸੀਂ ਇੱਥੋਂ ਸਿੱਖ ਕੇ ਜਾਣਾ। ਪਹਿਲਾਂ ਸਭ ਤੋਂ ਪਹਿਲਾਂ ਫੈਮਿਲੀ ਸਿੱਖਦੀ ਹੈ। ਅਸੀਂ ਇੱਥੇ ਇਸ ਲਈ ਬੈਠੇ ਹਾਂ ਕਿਉਂਕਿ ਅਸੀਂ ਇੱਥੋਂ ਸਕਿੱਲਸ ਲੈ ਕੇ ਗਏ ਹਾਂ ਨਾਲ, ਔਰ ਹਜੇ ਵੀ ਲੈਣੇ ਆ। ਅੱਜ ਵੀ ਮੈਨੂੰ ਸੀ ਵੀ ਅੱਜ ਅਸੀਂ 4 ਮਹੀਨੇ ਮਗਰੋਂ ਆਏ ਹਾਂ, ਤੇ ਮੈਨੂੰ ਬਹੁਤ ਦੇਰ ਦੀ ਇਹ ਚੀਜ਼ ਮੈਨੂੰ ਤੰਗ ਕਰ ਰਹੀ ਸੀਗੀ ਕਿ ਸਾਨੂੰ ਬਹੁਤ ਟਾਈਮ ਹੋ ਗਿਆ ਸੀ ਅੰਮ੍ਰਿਤਸਰ ਡਾਕਟਰ ਭਾਟੀਆ ਦੇ ਕੋਲ ਨਹੀਂ ਗਏ। ਉਹ ਇਟ ਵਾਸ ਅਪਰਮੋਸਟ ਇਨ ਮਾਈ ਮਾਈਂਡ ਕਿ ਮੈਂ ਕਦੋਂ ਜਾਵਾਂ, ਮਤਲਬ ਉਹ ਅੰਦਰੋਂ ਇੱਕ ਕਾਹਲ ਪੈ ਰਹੀ ਸੀ ਮੈਨੂੰ, ਕਿਉਂਕਿ ਬਹੁਤ ਚੀਜ਼ਾਂ ਘਰਾਂ ਦੇ ਵਿੱਚ ਹੁੰਦੀਆਂ ਜਿਹੜੀਆਂ ਤੁਹਾਨੂੰ ਸਟ੍ਰੈਸਫੁਲ ਆਉਂਦੀਆਂ ਨੇ। ਲੇਡੀਜ਼ ਨੂੰ ਤਾਂ ਜ਼ਿਆਦਾ ਆਉਂਦੀਆਂ ਨੇ ਕਿਉਂਕਿ ਉਹਨਾਂ ਨੇ ਸਾਰਾ ਘਰ ਦੇਖਣਾ ਹੁੰਦਾ, ਇੱਕ ਇੱਕ ਬੰਦੇ ਦੀ ਰਿਲੇਸ਼ਨਸ਼ਿਪ ਦੇ ਨਾਲ ਬੈਲੈਂਸ ਮੇਨਟੇਨ ਕਰਨਾ ਹੁੰਦਾ। ਉਹ ਚੀਜ਼ਾਂ ਕਈ ਵਾਰੀ ਤੁਹਾਡੇ ਲਈ ਓਵਰਪਾਵਰਿੰਗ ਹੋ ਜਾਂਦੀਆਂ। ਤਾਂ ਜਦੋਂ ਇੱਥੇ ਆਉਂਦੇ ਹਾਂ ਤਾਂ ਇੱਕ ਬਹੁਤ ਵੱਡੀ ਰਾਹਤ ਮਿਲਦੀ ਹੈ, ਕਿਉਂਕਿ ਸਾਡੇ ਵਰਗੇ ਹੀ ਹੋਰ ਬੈਠੇ ਨੇ। ਅਗਰ ਅਸੀਂ ਜੁੜੇ ਹੋਏ ਹਾਂ, ਸਾਨੂੰ ਇਨਸਪੀਰੇਸ਼ਨ ਨਮਰਤਾ ਮੈਮ ਤੋਂ ਮਿਲੀ ਸੀ ਸਭ ਤੋਂ ਪਹਿਲਾਂ, ਜਸਬੀਰ ਸਰ ਤੋਂ। ਉਹਨਾਂ ਨੇ ਸਕਿੱਲ ਇਹ ਸਿਖਾਈ ਸੀ ਵੀ ਕਦੇ ਇਕੱਲੇ ਨਹੀਂ ਬਾਹਰ ਜਾਣਾ। ਨਮਰਤਾ ਮੈਮ ਨੇ ਕਿਹਾ ਸੀ ਆਪਣੇ ਹਸਬੈਂਡ ਨੂੰ ਹਸਬੈਂਡ ਨਹੀਂ ਸਮਝ ਕੇ ਦਵਾਈ ਦੇਣੀ, ਪੇਸ਼ੈਂਟ ਸਮਝ ਕੇ ਦਵਾਈ ਦੇਣੀ ਹੈ। ਐਂਡ ਇਟ ਸਟਿਲ ਕੰਟੀਨਿਊਸ ਟੂਡੇ ਕਿ ਮੈਂ ਨਰਸ ਹਾਂ, ਉਹ ਮੇਰੇ ਪੇਸ਼ੈਂਟ ਹੈ। ਤਾਂ ਨਰਸ ਕਦੇ ਵੀ ਪੇਸ਼ੈਂਟ ਨੂੰ ਇਕੱਲਾ ਨਹੀਂ ਛੱਡ ਕੇ ਜਾਂਦੀ ਜਦੋਂ ਦਵਾਈ ਰੱਖ ਕੇ ਜਾਂਦੀ ਹੈ। ਉਹ ਕਹਿੰਦੀ ਪਹਿਲਾਂ ਖਾਓ, ਪਾਣੀ ਦਾ ਗਲਾਸ ਨਰਸ ਨੇ ਹੱਥ 'ਚ ਫੜਿਆ ਹੁੰਦਾ ਤੇ ਦਵਾਈ ਦੇ ਕੇ ਜਾਂਦੀ ਹੈ। ਉਹ ਅੱਜ ਵੀ ਹਜੇ ਚੀਜ਼ ਚੱਲ ਰਹੀ ਹੈ 10.5 ਸਾਲ ਤੋਂ ਪਿੱਛੋਂ। ਇਟ ਇਜ਼ ਸਟਿਲ ਦੇयर। ऑल हिज मेडिसिन, चाहे वो बीपी दी है, चाहे वो शुगर दी है, चाहे नर्व्स दी है, भी पैरों टिंगलिंग हो रही है, वटएवर। डॉक्टर साहब की भी कई बार चलती है क्योंकि असी 3 साल चली साडी दवाई कंटिन्यूअसली, और असी फॉलो अप लिए भी बहुत रेगूलर सी। दैट इज़ वन रीजन कि परमात्मा की कृपा है। तुसीं कहना वाहिगुरू जी परमात्मा जी बिल्कुल सुपर नैचुरल पावर बिल्कुल साडे नाल है। उन्हें इत्थे तक पहुँचा दिता, सानूं राह दिखाया, पर हुण राह ते चलण लई आपां नूं हिम्मत करनी पैनी है। रस्ता सानू हुण लभ गया, पर चलना तो असी आप है ना, सफर असी आप कटना। तो ये सफर लंबा है, जर्नी छोटी नहीं है, औखी भी है। कुछ भी अजकल जिंदगी दे विच सखाला नहीं मिलता, मेहनत करनी पैंती है। सो ये मेहनत का फल है। ये सानू मैम कह सकते हैं ना कि अगर डिजीज क्रॉनिक है तो रिकवरी भी क्रॉनिक होनी चाहिए। हाँ, ये भी कह सकते हो आप। मैं खुद कहती हूँ, मतलब मैं छोटी छोटी चीजों में अभी पता चलता है कि रिकवरी क्या है। पहले एब्स्टिनिज्म होता है कि भी हाँ जी शराब छोड़ दी है। मेरे हस्बैंड अल्कोहलिक थे, पहले पहले 2-3 साल में यही था कि शराब छूटी है। रिकवरी उस टाइम इतनी नहीं थी क्योंकि मेरे को दिख रहा था कि यहाँ पर जो सीख कर जा रहे हैं कि ब्रेन अभी कैसे डेवलप हो रहा है, जैसे एक बच्चे का ब्रेन डेवलप हो रहा होता है। तो अभी कल रिसेंटली, कल का इशू है, इंसिडेंट है, रादर इशू तो नहीं है। वी वर इन चंडीगढ़। ये छोटा बेटा, मैं इसको स्कूल से ले आई और इसको मैंने बोला कि हमने टाइगर नानू के घर जाना है, दैट इज़ माय ब्रदर्स प्लेस। तो ही वाज वेरी हैप्पी कि भी हाँ ये टाइगर नानू के घर जाना है। तो उतनी देर में मैंने हस्बैंड को बोला कि हमने तो ऑफिसर्स इंस्टीट्यूट जाना है, और शूज़ हम ढूंढते रहे। मेरे को 2 दिन पहले मेरे को गलतफहमी हुई कि मेरे शूज़, वॉकिंग शूज़ नहीं आए लुधियाना से। तो इन्होंने जब कल देखा मेरे को, आई वॉज अंडर दी मिसकंसेप्शन कि भी इनके शूज़ आ गए, मेरे रह गए। मेरे को कहते मेरे तो शूज़ ही नहीं आए, लेदर शूज़, अब मैं क्या डाल कर जाऊँगा। मैंने बोला फिर चेक करो, फिर चेक करो। इसे नहीं है। मैं कहा कोई बात नहीं। और इन्होंने भी कल उसका रिस्पॉन्स दिया, रिएक्ट नहीं किया। दैट वॉज वन गुड थिंग वट आई हैव डिस्कवर्ड कि नाउ डेज की रिकवरी क्या है, इट इज़ द कॉन्टिन्यूस प्रोसेस। तो इन्होंने रिएक्ट नहीं करा, नहीं तो आगे जब इनिशियली चीज़ें होती थी तो खिंच जाते थे, क्या है उसने, मेरे मेड ने शूज़ नहीं पैक करे या व्हाटएवर, आपने नहीं देखा। ब्लेम लेडी पर आता है हमेशा कि आपने देखा नहीं है जब पैकिंग करी है। तो मैं हर एक बार ही बोलती थी सवारी अपने सामान की खुद जिम्मेवार है। तो वो कल ये सीन बिल्कुल नहीं हुआ बिकॉज वी वर इन अ हरी। फिर मैंने बोला ऐसे करते हैं कि आई विल गिव अ कॉल कि ब्रदर के घर में जो लड़के हैं उनसे पूछती हूँ भी शूज़ हैं, चाबी कहाँ है घर की, क्योंकि मेरे ब्रदर भी पिंगलवाड़ा में गए हुए थे।
तो वो बोलते शूज़ तो हमने देखे नहीं साहब के। मैं कहा अच्छा फिर चेक करो। तो भाई चाबी है घर पे, तो मैं वहीं पहुंचती हूँ 36 में। चलो जी हम पहुंचे तो वो लड़का खड़ा था वहां पर, वो बोलता एक पेयर शूज़ के हैं। हमने वही सोचा था कि अगर नए शूज़ मिलेंगे, इसकी ऑल्टरनेटिव ये है कि हम बाटा के स्टोर पर जाएंगे और सस्ते वाले शूज़ ले लेंगे आज के लिए, कि ऑफिसर्स इंस्टीट्यूट में स्पोर्ट्स शूज़ आर नॉट अलाउड। एंड ही हिमसेल्फ बीइंग इन द मेस सेक्रेटरी, कभी काम बहुत पहले करा हमने जॉब में, तो उनको यही था कि वहाँ पर ड्रेस प्रोटोकॉल बड़ी इंपॉर्टेंट है। चलो जी वो शूज़ मिल गए हमको, सो वी वर हैप्पी। सोल्यूशन निकल आया, वो टाइम भी पास हो गया और कोई अड़चन भी नहीं आई, इरिटेशन भी नहीं हुई, रिएक्शन भी नहीं हुआ, एवरीथिंग फेल इनटू प्लेस। बट वो 10 मिनट 15 मिनट का जरूर था, पेशेंस रखनी पड़ी कि वहां पहुंचकर देख लें कि शूज हैं। So that was it. So that time I felt, I did not convey it to him at that time, but I felt it in my heart of hearts. Yeah, he is in recovery now. So that was one valid point. Yesterday only it happened. So patience दूसरी भी है। 6 months हो गए हमको गाड़ी का करते करते कि कौन सी गाड़ी लेनी है, कब लेनी है। So you know, trying to postpone it. थोड़ा और टाइम, थोड़ा और टाइम। I was trying to push him कि कितनी पेशेंस रख सकते हैं। So it was only finally at the end of June कि भी हाँ 6 months निकल गए हैं, अब yes we can think of buying a new car. So we just bought a new car and that was the first thing which came into my mind कि सर के पास आना है, क्योंकि उनकी बदौलत, सर की बदौलत हम यहाँ पर बैठे हैं। He was 60 when we started coming to the hospital and the Hermitage. He's 70 plus. लोन भी नहीं देती सरकार आजकल 70 वालों को, तो वो एक और बड़ा क्वेश्चन मार्क हो रहा था हमको। मैंने बोला भी ये लास्ट गाड़ी है भाई, अपनी जिंदगी की ले लो, है ना, तो फिर थोड़ा घूम फिर आएंगे। अभी तो टाइम भी है, हेल्थ भी परमिट कर रही है, तो गॉड विलिंग एंड ब्लेसिंग्स फ्रॉम सर, वी आर नाउ केपेबल ऑफ स्टेपिंग आउट एंड डूइंग जर्नीज ऑन आवर ओन, सेफ मतलब उसमें जाकर, बट ऑलवेज ऑन द गार्ड, ऑलवेज ऑन द गार्ड। जहाँ पर भी कहीं पर भी स्लिपरी जगह है, स्लिपरी ऐसे नहीं कि फिसल जाएंगे, फिसलेंगे तो रिलैप्स का है, तो वो हमने बचाव रखना है। वो आज तक भी वही जो ड्रिल है, कभी अकेले नहीं जाना। जसबीर सर ने बोला था 3 साल घर से मैं नहीं निकला था बाहर, और सर हम भी नहीं 3 साल कभी किसी पार्टी जहाँ पर ड्रिंक सर्व हो रही है कभी नहीं गए थे, और अकेले तो कभी भी बाबा नहीं गए, नेवर एवर। मैं भी अकेली उस टाइम कहीं नहीं गई, जाना है तो इकट्ठे जाना है, आना है तो इकट्ठे आना है, और आज भी वही रूल अप्लाई करता है। चाहे हम बेटे के पास ऑस्ट्रेलिया जाएं, वहां पर भी नहीं मैं कभी अकेली गई बेबी सिटिंग के लिए, दोनों जाएंगे दोनों आएंगे। अभी बेटी के पास आए हुए हैं, दोनों जाएंगे दोनों आएंगे। दवाइयाँ साथ होती हैं, वो हम कैरी करते हैं अपनी, गिनकर पूरी दवाई होती है कि इतने दिन के लिए जा रहे हैं, इतनी दवाई होनी चाहिए, तो दैट हैज टू बी टेकन केयर ऑफ। मैम, अगर विमेन सारा ध्यान रखती हैं ना तो बोलने का मौका नहीं देती हैं हस्बैंड्स को। सर कुछ आप शेयर करिए। खास करके मेरी आधा तो इन्होंने बता दिया है कि रिटायर्ड आर्मी ऑफिसर हूँ मैं, और फौज छोड़ने प्रीमेच्योर रिटायरमेंट मैंने ली थी। पंजाबी च कर दो। पंजाबी ਵਿੱਚ ਤੇ ਫੌਜ ਛੱਡਣ ਤੋਂ ਬਾਅਦ ਮੈਂ ਪ੍ਰੀਮੈਚੁਰ ਰਿਟਾਇਰਮੈਂਟ ਲਈ ਸੀ, ਤੇ ਮੈਂ ਸਿਵਲ ਚ ਐਡਜਸਟ ਨਹੀਂ ਕਰ ਸਕਿਆ, ਤੇ ਉਹਦੇ ਕਰਕੇ ਐਡਿਕਸ਼ਨ ਚ ਆ ਗਿਆ। ਐਡਿਕਸ਼ਨ ਬਾਰੇ ਮੈਂ ਜ਼ਿਆਦਾ ਗੱਲ ਨਹੀਂ ਕਰੂੰਗਾ, ਰਿਕਵਰੀ ਬਾਰੇ ਮੈਂ ਕਰੂੰਗਾ। ਜੋ ਤੁਸੀਂ ਸ਼ੇਅਰਿੰਗ ਕੀਤੀ ਸੀ ਫੈਮਲੀਜ਼ ਨੇ, ਇੱਥੇ ਕਿਸੇ ਨੇ ਕਿਹਾ ਸੀਗਾ ਵੀ ਸਾਡੀ ਫੈਮਿਲੀ ਚੋਂ ਕੋਈ ਡਰੱਗ ਨਹੀਂ ਲੈਂਦਾ, ਤੁਸੀਂ ਕਿਹਾ ਸੀ ਨਾ ਵੀ ਸਿਰਫ ਬੱਚਾ ਲੈਂਦਾ। ਜਦੋਂ ਇਹ ਫੈਮਿਲੀ ਡਿਜ਼ੀਜ਼ ਹੈ, ਫੈਮਿਲੀ ਦੀ ਬਿਮਾਰੀ ਹੈ, ਜਦੋਂ ਇੱਕ ਬੰਦਾ ਵੀ ਫੈਮਿਲੀ ਚੋਂ, ਜਿੱਦਾਂ ਮੈਂ ਡਰਿੰਕ ਲੈਂਦਾ ਸੀ, ਡਰਿੰਕ ਮੈਂ ਬਾਹਰ ਜਾਣਾ ਭਾਵੇਂ ਡਰਿੰਕ ਲਈ ਨਹੀਂ ਲਈ, ਮੇਰਾ ਸਵੇਰ ਤੋਂ ਸੋਚ ਇਹ ਹੁੰਦੀ ਸੀ ਵੀ ਸ਼ਾਮ ਤੱਕ ਮੈਂ ਡਰਿੰਕ ਕਿੱਥੋਂ ਪ੍ਰੋਕਿਓਰ ਕਰਨੀ ਹੈ, ਪੈਸੇ ਕਿੱਥੋਂ ਲੈਣੇ ਆ, ਕਿੱਥੋਂ ਉਹ ਜਾ ਕੇ ਕਿੱਦਾਂ ਚੋਰੀ ਪੀਣੀ ਹੈ ਘਰੋਂ। ਇਹ ਸਾਰਾ ਮੇਰੀ ਸੋਚ ਹੁੰਦੀ ਸੀ। ਫੈਮਿਲੀ ਦੀ ਸੋਚ ਹੁੰਦੀ ਸੀ ਵੀ ਇਹ ਬਾਹਰ ਹੁਣ ਪੀ ਕੇ ਨਾ ਆ ਜਾਏ, ਉਹਨਾਂ ਦੀ ਵੀ ਸੋਚ ਬੋਤਲ ਦੇ ਆਸ-ਪਾਸ ਹੈ। तो पूरी फैमिली
ਐਡਿਕਸ਼ਨ 'ਚ ਹੀ ਹੈ ਬੋਤਲ ਦੇ ਬਾਰੇ 'ਚ ਜਾਂ ਡਰੱਗ ਦੇ ਬਾਰੇ 'ਚ, ਉਹਦੇ ਹੀ ਸੋਚ ਰਹੀ ਹੈ। ਇਸ ਕਰਕੇ ਇਹਨੂੰ ਫੈਮਿਲੀ ਕਹਿੰਦੇ ਆ। ਹੋਰ ਕੋਈ ਵੀ ਡਾਇਬਟੀਜ਼ ਹੋਵੇ, ਕੈਂਸਰ ਹੋਵੇ, ਹਾਰਟ ਡਿਜ਼ੀਜ਼ ਹੋਵੇ, ਫੈਮਿਲੀ ਉਹਦੇ ਨਾਲ ਜਿੱਦਾਂ ਦੱਸਿਆ ਸੀ ਮੈਡਮ ਨੇ ਵੀ ਅਫੈਕਟ ਨਹੀਂ ਹੁੰਦੀ, ਪਰ ਇਹਦੇ 'ਚ ਫੈਮਿਲੀ ਵੀ ਉਹਦੀ ਵੀ ਸੋਚ ਉਸੇ ਤੇ ਹੋ ਜਾਂਦੀ ਵੀ ਇਹਨੂੰ ਕਿੱਦਾਂ ਰੋਕਣਾ, ਕਿੱਦਾਂ ਕੰਟਰੋਲ ਕਰਨਾ। ਇਰੀਟੇਸ਼ਨ ਬਾਰੇ ਕਹਿ ਰਹੇ ਸੀ, ਨਾਰਮਲ ਐਡਿਕਟ ਇਰੀਟੇਬਲ ਹੁੰਦੇ ਆ, ਤੇ ਰਿਕਵਰੀ 'ਚ ਮੇਰਾ ਮੇਨ ਕੰਮ ਹੀ ਇਰੀਟੇਸ਼ਨ ਤੇ ਕੰਮ ਕਰਨਾ। ਇੱਕ ਤਾਂ ਬਾਏ ਨੇਚਰ ਹੀ ਜਿਹੜਾ ਐਡਿਕਟ ਬੰਦਾ ਉਹ ਇਰੀਟੇਬਲ ਹੁੰਦਾ, ਇਰੀਟੇਟਡ ਹੁੰਦਾ ਹੀ ਹੈ, ਤੇ ਉਹ ਤਾਂ ਉਹਨੂੰ ਇਰੀਟੇਸ਼ਨ ਨੂੰ ਦੂਰ ਕਰਨ ਲਈ ਡਰਿੰਕ ਕਰਦਾ ਜਾਂ ਡਰੱਗ ਕਰਦਾ। ਪਰ ਉਹ ਇਰੀਟੇਸ਼ਨ ਦੀ ਆਪਣੀ ਆਦਤ ਨੂੰ ਆਪਣੇ ਫਾਇਦੇ ਲਈ ਵੀ ਕਰਦਾ, ਵੀ ਉਹ ਤੁਹਾਨੂੰ ਇਰੀਟੇਟ ਕਰਦਾ, ਤੁਸੀਂ ਇਰੀਟੇਟ ਹੋ ਕੇ ਉਹਦੇ ਨਾਲ ਲੜੋਗੇ, ਉਹ ਕਹਿੰਦਾ ਵੀ ਤੁਸੀਂ ਲੜੇ ਤਾਂ ਮੈਂ ਜਾ ਕੇ ਡਰਿੰਕ ਪੀਤੀ। ਉਹ ਇਰੀਟੇਸ਼ਨ ਆਪਣੇ ਫਾਇਦੇ ਲਈ ਕਰਦਾ ਹੈ। ਤੇ ਜਦੋਂ ਮੈਂ ਰਿਕਵਰੀ 'ਚ ਸਭ ਤੋਂ ਜ਼ਿਆਦਾ ਕੰਮ ਆਪਣੀ ਇਰੀਟੇਸ਼ਨ, ਪੇਸ਼ੈਂਸ ਤੇ ਕੀਤਾ। ਤੁਹਾਨੂੰ ਰਿਕਵਰੀ 'ਚ ਬਹੁਤ ਪੇਸ਼ੈਂਟ ਹੋਣਾ ਪੈਂਦਾ ਹੈ। ਇਹ ਜਿਹੜੀ 10 ਸਾਲ 'ਚ ਮੈਂ ਰਿਕਵਰੀ ਕੀਤੀ ਹੈ, ਇਹ ਨਹੀਂ ਹੈ ਕਿ ਤੁਸੀਂ ਫਾਸਟ ਫਾਰਵਰਡ ਕਰਕੇ 5 ਦਿਨ 'ਚ ਕਰ ਲਓ। ਇਹਦਾ ਕੋਈ ਤਰੀਕਾ ਨਹੀਂ ਹੈ ਵੀ ਜ਼ਿਆਦਾ ਮੈਨ ਪਾਵਰ ਲਾ ਕੇ ਤੁਸੀਂ ਘਰ ਛੇਤੀ ਖੜਾ ਕਰ ਲਓਗੇ। ਇਹ ਰਿਕਵਰੀ ਉਸੇ ਪੇਸ ਤੇ ਹੀ ਹੋਣੀ ਹੈ, ਉਹਦੇ 'ਚ ਤੁਹਾਨੂੰ ਪੇਸ਼ੈਂਸ ਰੱਖਣੀ ਪਊਗੀ। ਮੈਂ ਜਿੱਦਾਂ ਸਵੇਰੇ ਵੀ ਮੈਂ ਸ਼ੇਅਰਿੰਗ ਕੀਤੀ ਸੀ, ਮੈਂ ਆਪਣੇ ਆਪ ਨਾਲ ਸ਼ੀਸ਼ੇ ਸਾਹਮਣੇ ਗੱਲ ਕਰਦਾ, ਆਪਣੇ ਆਪ ਨੂੰ ਸ਼ਾਬਾਸ਼ ਦਿੰਦਾ। ਜਿਹੜੀ ਗੱਲ ਕਿਸੇ ਕੋਈ ਕਮਜ਼ੋਰੀ ਆ ਜਾਂਦੀ ਹੈ ਮੇਰੇ ਕਿਸੇ ਦਿਨ, ਉਹਦੇ ਬਾਰੇ ਆਪਣੇ ਆਪ ਨੂੰ ਹੀ ਕ੍ਰਿਟਿਸਾਈਜ਼ ਕਰਦਾ ਵੀ ਇਹ ਕੱਲ ਤੋਂ ਨਹੀਂ ਹੋਣਾ ਚਾਹੀਦਾ, ਵੀ ਕੱਲ ਅੱਜ ਤੋਂ ਬਿਹਤਰ ਹੋਣੀ ਚਾਹੀਦੀ ਹੈ। ਆਪਣੇ ਆਪ ਗੱਲ ਕਰਨ ਨਾਲ ਇਹ ਹੈ, ਸ਼ੇਅਰਿੰਗ ਤੁਸੀਂ ਵਾਈਫ ਨਾਲ ਕਰੋਗੇ ਉੱਥੇ ਝੂਠ ਬੋਲਣ ਦਾ ਚਾਂਸ ਹੈਗਾ, ਪਰ ਜਦੋਂ ਆਪਣੇ ਆਪ ਨਾਲ ਸ਼ੇਅਰਿੰਗ ਕਰ ਰਹੇ ਹੋ ਉਹਦੇ 'ਚ ਝੂਠ ਬੋਲਣ ਦਾ ਚਾਂਸ ਨਹੀਂ ਹੈ। ਤੁਸੀਂ ਆਪਣੇ ਆਪ ਨੂੰ ਹੀ ਦੱਸ ਦੇਣਾ ਵੀ ਇਹ ਕਾਕਾ ਤੂੰ ਝੂਠ ਬੋਲ ਰਿਹਾ। ਸੋ ਮੈਂ ਆਪਣੇ ਲਈ ਇਹ ਇੱਕ ਤਰੀਕਾ ਬਣਾਇਆ ਵੀ ਸ਼ੀਸ਼ੇ ਸਾਹਮਣੇ ਖੜ ਕੇ ਆਪਣੇ ਆਪ ਨਾਲ 10-15 ਮਿੰਟ ਸਵੇਰੇ, 10-15 ਮਿੰਟ ਸ਼ਾਮ ਨੂੰ ਗੱਲ ਕਰਨੀ ਹੈ, ਤੇ ਅਗਲੇ ਦਿਨ ਦੀ ਪਲਾਨਿੰਗ ਬਣਾਉਣਾ ਵੀ ਕਿੱਦਾਂ ਅਵੋਇਡ ਕਰਨਾ। ਹੁਣ ਮੈਂ ਕੰਮ ਕਿੱਦਾਂ ਕਰਦਾ ਇਹਦੇ ਤੇ, ਜਿਹੜੇ ਮੇਰੇ ਟ੍ਰਿਗਰ ਸੀਗੇ ਦਾਰੂ ਪੀਣ ਦੇ, 에ਅਰਪੋਰਟ ਤੇ ਜਦੋਂ ਫਲਾਈਟ ਤੇ ਜਾਂਦੇ ਸੀ ਉਹਦੇ 'ਚ ਟ੍ਰਿਗਰ ਆਉਂਦੇ ਸੀ, ਕਿਉਂਕਿ ਉੱਥੇ ਤਾਂ ਸਰਵ ਹੁੰਦਾ। ਫਿਰ ਮੇਨ ਮੇਰਾ ਹੁੰਦਾ ਸੀ ਹੇਅਰ ਕੱਟ, ਜਦੋਂ ਲੈਣ ਜਾਂਦਾ ਸੀ, ਹੇਅਰ ਕੱਟ ਲੈਣ ਜਾਣ ਤੋਂ ਪਹਿਲਾਂ ਇੱਕ ਕੁਆਟਰ ਮੈਂ ਪੀ ਕੇ ਜਾਂਦਾ ਸੀ, ਫਿਰ ਹੇਅਰ ਕੱਟ ਲੈ ਕੇ ਹੈਡ ਮਸਾਜ ਕਰਕੇ ਤੇ ਇੱਕ ਆਉਂਦੇ ਹੋਏ ਕੁਆਟਰ ਪੀ ਕੇ ਆਉਂਦਾ ਸੀ। ਤੇ ਵਾਈਫ ਨੇ ਕਹਿਣਾ ਅੱਖਾਂ ਚੜੀਆਂ, ਉਹਨੇ ਕਹਿਣਾ ਵੀ ਮਸਾਜ ਕੀਤੀ ਹੈ ਤੇ ਉਹਦੇ ਨਾਲ ਤਾਂ ਅੱਖਾਂ ਚੜ ਹੀ ਜਾਂਦੀਆਂ। ਹੁਣ ਅਜੇ ਤੱਕ, ਅੱਜ ਤੱਕ ਹੇਅਰ ਕੱਟ ਲਈ ਮੈਂ ਇਕੱਲਾ ਨਹੀਂ ਜਾਂਦਾ, ਇਹ ਮੈਨੂੰ ਕਾਰ 'ਚ ਲੈ ਕੇ ਜਾਂਦੀ ਹੈ, ਬਾਹਰ ਬੈਠੀ ਰਹਿੰਦੀ ਹੈ ਤੇ ਮੈਂ ਆਪਣਾ ਹੇਅਰ ਕੱਟ ਲੈ ਕੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਰਿਕਵਰੀ ਲਈ ਬਹੁਤ ਵੱਡੀਆਂ ਚੀਜ਼ਾਂ ਹੁੰਦੀਆਂ। ਤੇ ਤੁਹਾਨੂੰ ਜਦੋਂ ਤੁਸੀਂ ਆਪਣੇ ਹਰਮਿਟੇਜ 'ਚ ਜਿਹੜੇ ਪੇਸ਼ੈਂਟ ਜਾਣਗੇ ਜਾਂ ਤੁਹਾਡੇ ਪੇਸ਼ੈਂਟ ਜਾਣਗੇ, ਤੁਸੀਂ ਕਾਉਂਸਲਰਸ ਨਾਲ ਗੱਲ ਕਰੋ ਬਈ ਉਹਨਾਂ ਦੇ ਟ੍ਰਿਗਰਸ, ਉਹ ਆਪੇ ਹੀ ਕਰਨਗੇ ਉਹਨਾਂ ਦੇ ਟ੍ਰਿਗਰਸ ਵੀ ਕੀ ਕੀ ਸੀ, ਉਹ ਤੁਹਾਨੂੰ ਦੱਸਣਗੇ ਵੀ ਇਹ ਇਹਨਾਂ ਤੋਂ ਬਚਾ ਕੇ ਰੱਖਣਾ, ਇਹ ਦੋਸਤ ਹੈ, ਇਹ ਏਜੰਟਸ ਹੈ ਜਿਨ੍ਹਾਂ ਤੋਂ ਡਿਲੀਟ ਕਰ ਦੇਣੇ, ਜਿਨ੍ਹਾਂ ਦੇ ਨੰਬਰ ਤੁਸੀਂ। ਛੋਟੀਆਂ ਛੋਟੀਆਂ ਚੀਜ਼ਾਂ ਫੈਮਿਲੀ, ਮੈਂ ਅੱਜ ਕਹਿੰਦਾ ਵੀ ਮੇਰੀ ਰਿਕਵਰੀ ਜਿਹੜੀ 10.5 ਸਾਲ ਦੀ ਹੈ, 80% ਮੇਰੀ ਫੈਮਿਲੀ ਦਾ ਰੋਲ ਹੈ, 20% ਮੇਰਾ। ਹੁਣ ਕੋਈ क्वेश्चन जे पूछना चाहते हैं? सर की थोड़ी सी मैं समराइज कर देती हूँ कि सर ने बेसिकली बोला है एक्सेप्टेंस ऑफ द पेशेंट, कि कहीं ना कहीं पेशेंट भी अपनी फैमिली के आगे सरेंडर करेगा। पहला सरेंडर फैमिली का आना है टुवर्ड्स द प्रोग्राम, और पेशेंट अगर प्रोग्राम को ना भी कर पाए ना, फैमिली को ही सरेंडर कर दे। सर की बात आप समझो कि आज 10 साल बाद भी अगर हेयर कट के लिए वो वाइफ को लेके जा रहे हैं, दिस इज़ अ सरेंडर। कि उन्होंने अपनी वाइफ में ही अपने मेंटोर को ढूंढ लिया, ठीक है, वाइफ ने ही प्रोग्राम उनके लिए रिप्रेजेंट करती है।
तो दिस इज अ वेरी बिग सरेंडर। एक हस्बैंड अपनी वाइफ के आगे कर रहा है तो ये एक बहुत बड़ा सरेंडर है। इसमें जान अपनी बचा रहे हैं, किसी पे एहसान नहीं है, पर ये आएगा धीरे धीरे। इसके लिए पहले फैमिली को स्ट्रांग होना पड़ेगा। आपका पेशेंट आपको पहले साल में नहीं बोलेगा, पहले साल तो आपको ही जबरदस्ती जाना पड़ेगा। एक प्यार से, एक तरीके से, एक वल से उसके साथ जाना, जहाँ पे सर उसकी डिग्निटी भी रहे पेशेंट की और आपका प्रोग्राम भी साथ में चले। ਨਹੀਂ ਇੱਥੇ ਮੈਂ ਇਹ ਕਹਿਣਾ ਚਾਹੁੰਦਾ ਵੀ ਫੈਮਲੀਜ਼ ਨੂੰ ਪੇਸ਼ੈਂਟ ਨੂੰ ਕਦੇ ਇਹ ਨਹੀਂ ਕਹਿਣਾ ਚਾਹੀਦਾ ਵੀ ਉਹਨੂੰ ਇਮੋਸ਼ਨਲੀ ਬਲੈਕਮੇਲ ਨਾ ਕਰੋ ਕਿ ਮੇਰੇ ਕਰਕੇ ਛੱਡ ਦੇ। ਉਹ ਜਦੋਂ ਵੀ ਤੁਹਾਡੇ ਕਰਕੇ ਛੱਡੂਗਾ, ਜਦੋਂ ਤੁਹਾਡੇ ਨਾਲ ਰਿਲੇਸ਼ਨਸ਼ਿਪ ਥੋੜੀ ਜਿਹੀ ਬਿਟਰਨੈਸ ਆਈ, ਉਹਨੇ ਫੇਰ ਉੱਥੇ ਵਾਪਸ ਚਲ ਜਾਣਾ। ਉਹ ਸਮਝਣ ਦੀ ਪੇਸ਼ੈਂਟ ਨੂੰ ਵੀ ਲੋੜ ਹੈ, ਤੁਹਾਨੂੰ ਵੀ ਉਹਨੂੰ ਸਮਝਾਉਣ ਦੀ ਲੋੜ ਹੈ ਕਿ ਰਿਕਵਰੀ ਉਹ ਆਪਣੇ ਫਾਇਦੇ ਲਈ ਕਰ ਰਿਹਾ ਹੈ। ਹੋਰ ਬਾਕੀਆਂ ਦਾ ਨੁਕਸਾਨ ਫੈਮਿਲੀ ਦਾ ਵੀ ਹੋ ਰਿਹਾ, ਪਰ ਸਭ ਤੋਂ ਜ਼ਿਆਦਾ ਨੁਕਸਾਨ ਉਹਦਾ ਆਪਣਾ ਹੋ ਰਿਹਾ। ਜਿੱਦਾਂ ਥ੍ਰੈਟ ਕਰਦੇ ਅਸੀਂ ਐਡਿਕਸ਼ਨ 'ਚ ਥ੍ਰੈਟ ਕਰਦੇ ਵੀ ਜੇ ਤੂੰ ਆ ਨਹੀਂ ਕੀਤਾ ਮੈਂ ਜਾ ਕੇ ਬੋਤਲ ਪੀਊਂਗਾ। ਡਾਕਟਰ ਸਾਹਿਬ ਉਦੋਂ ਮੈਨੂੰ ਯਾਦ ਹੈ ਐਗਜ਼ਾਮਪਲ ਦਿੰਦੇ ਹੁੰਦੇ ਸੀ ਵੀ ਇਟ ਇਜ਼ ਲਾਈਕ ਵੀ ਤੁਸੀਂ ਝੌਂਪੜੀ 'ਚ ਬੈਠੇ ਹੋ, ਝੌਂਪੜੀ 'ਚ ਅੱਗ ਲੱਗ ਗਈ ਤੇ ਤੁਹਾਨੂੰ ਸਾਰੇ ਰਿਸ਼ਤੇਦਾਰ ਕਹਿ ਰਹੇ ਵੀ ਬਾਹਰ ਆ ਜਾਓ, ਤੇ ਤੁਸੀਂ ਕਹਿੰਦੇ ਹੋ ਵੀ ਮੈਨੂੰ ਆਹ ਚੀਜ਼ ਲੈ ਕੇ ਦਓਗੇ ਤਾਂ ਮੈਂ ਬਾਹਰ ਆਊਂ, ਨਹੀਂ ਤੇ ਅੰਦਰ ਹੀ ਬੈਠਾ। ਉਹ ਐਡਿਕਸ਼ਨ 'ਚ ਉਹੀ ਹੈ ਵੀ ਤੁਸੀਂ ਉਹ ਕਰ ਰਹੇ ਹੋ। ਇਹ ਇਹਨਾਂ ਨੇ ਐਗਜ਼ਾਮਪਲ ਦਿੱਤੀ ਸੀ ਉਦੋਂ। ਅਨਦਰ ਪੁਆਇੰਟ ਇਜ਼ ਕੰਪਲੀਟ ਸਰੈਂਡਰ। ਪਹਿਲਾਂ ਤਾਂ ਜਦੋਂ ਇੱਥੇ ਪਹੁੰਚ ਗਏ ਨਾ, ਇਹ ਫਸਟ ਸਟੈਪ ਸੀਗਾ, ਪਰ ਐਕਸੈਪਟੈਂਸ ਪਹਿਲਾਂ ਫੈਮਿਲੀ ਨੂੰ ਲੈ ਕੇ ਆਣੀ ਪੈਣੀ ਹੈ। ਕੰਪਲੀਟ ਸਰੈਂਡਰ ਤੁਸੀਂ ਕਰੋਗੇ ਵੀ ਅਸੀਂ ਡਾਕਟਰ ਸਾਹਿਬ ਦੇ ਕੋਲ ਪਹੁੰਚ ਗਏ ਹਾਂ, ਫੇਥ ਰੱਖੋ ਆਪਣੇ ਡਾਕਟਰ ਦੇ ਵਿੱਚ, ਉਹ ਤੁਹਾਡੀ ਬਿਹਤਰੀ ਲਈ ਕੰਮ ਕਰ ਰਹੇ ਨੇ, ਤੁਸੀਂ ਉਹਨਾਂ ਦੇ ਕੋਲ ਆਏ ਹੋ, ਉਹ ਤੁਹਾਡੇ ਕੋਲ ਨਹੀਂ ਸੀ ਗਏ। ਯੂ ਹੈਵ ਕਮ ਟੂ ਦ ਡਾਕਟਰ, ਸੋ ਯੂ ਨੀਡ ਹੈਲਪ, ਸੋ ਯੂ ਹੈਵ ਕਮ ਆਸਕਿੰਗ ਫॉर ਹੈਲਪ। ਸੋ ਅਗਰ ਹੈਲਪ ਲੈਣੀ ਹੈ ਤਾਂ ਤੁਹਾਨੂੰ ਆਪਣੇ ਆਪ ਨੂੰ ਗਿਵ ਅਪ ਕਰਨਾ ਪੈਂਦਾ। ਅੱਜ ਵੀ ਡਾਕਟਰ ਸਾਹਿਬ ਮਤਲਬ ਜਦੋਂ ਅਸੀਂ ਫਸਟ ਟ੍ਰਿਪ ਵੀ ਆਸਟ੍ਰੇਲੀਆ ਲੈਣਾ ਸੀਗਾ, ਇੱਥੇ ਆ ਕੇ ਪੁੱਛ ਕੇ ਡਾਕਟਰ ਸਾਹਿਬ ਤੋਂ ਤਾਂ ਲੈ ਕੇ ਤਾਂ ਗਏ ਸੀ ਅਸੀਂ, ਕਿਉਂਕਿ ਮੈਂ ਸੇਫ ਨਹੀਂ ਸੀ ਫੀਲ ਕਰਦੀ ਕਿ ਇਹਨਾਂ ਨੂੰ ਮੈਂ ਲੈ ਕੇ ਜਾ ਸਕਦੀ ਹਾਂ ਕਿ ਨਹੀਂ ਲੈ ਕੇ ਜਾ ਸਕਦੀ। ਆਈ ਡੋਂਟ ਨੋਟ ਨੋ, ਮੈਨੂੰ ਕੀ ਪਤਾ ਇਹਨਾਂ ਦੇ ਦਿਮਾਗ ਦੀ ਕਿੱਦਾਂ ਦੀ ਹਾਲਤ ਹੈ ਹਜੇ। ਓਨਲੀ ਦ ਡਾਕਟਰ ਕੈਨ ਟੈਲ ਮੀ ਨਾ, ਹੀ ਕੈਨ ਗਾਈਡ ਮੀ, ਸੋ ਹੀ ਇਜ਼ ਮਾਈ ਮੈਂਟੋਰ ਐਂਡ ਹੀ ਇਜ਼ ਮਾਈ ਗਾਈਡ। ਯੈਸ। ਜੇ ਤੁਸੀਂ ਬੱਸ ਜਾਂ ਫਲਾਈਟ ਸਫ਼ਰ ਕਰਦੇ ਹੋ, ਇੱਕ ਅਨਨੋਨ ਪਾਇਲਟ ਤੇ ਤੁਸੀਂ ਬਿਲੀਵ ਕਰਕੇ ਆਰਾਮ ਨਾਲ ਸੌਂ ਸਕਦੇ ਹੋ, ਤਾਂ ਵਾਈ ਨਾਟ ਔਨ ਯੋਰ ਡਾਕਟਰ। ਵੀ ਤੁਸੀਂ ਉਹਦੇ ਹਵਾਲੇ ਕਰਤਾ ਵੀ ਉਹ ਆਪੇ ਉਹਨੂੰ डेस्टिनेशन पे लेके जाएंगे सी। सर जैसे जो पेशेंट होता है वो अपने अंदर बहुत कुछ रखता है और रख ही रखता है और वो बोलता नहीं है, ऐसा आपके साथ हो चुका है? और अगर हो चुका है तो आपने बोलना कैसे शुरू किया सर? ये जो प्रोग्राम था इन्वेंटरीज 13 वीक्स का, इन्वेंट्री लिखी मैंने, अपनी वीकनेसेस पे काम किया। मेरे को डॉक्टर साहब ने सबसे पहले किया था कि आपके सबसे बड़ी कमज़ोरी है कि आप परफेक्शनिस्ट हो। उस पे मैंने काम किया, क्योंकि मेरे को काम मेरा पूरा ही नहीं होता था। भी ये कमज़ोरी रह गई, उसको फिर कैंसिल करके फिर दूसरा करना शुरू उससे, तो उस पे काम किया मैंने। ਇਹ ਸਾਨੂੰ ਜਦੋਂ ਹਰਮਿਟੇਜ 'ਚ ਜਾਂਦੇ ਆ 3 ਮਹੀਨੇ ਲਈ, ਤੇ ਮਹੀਨੇ ਡੇਢ ਮਹੀਨੇ ਬਾਅਦ ਡਾਕਟਰ ਸਾਹਿਬ ਰਿਸਪੌਂਸਿਬਿਲਿਟੀਜ਼ ਦਿੰਦੇ ਆ ਵੀ ਕਿੱਦਾਂ ਟੇਕ ਓਵਰ ਕਰ ਸਕਦੇ ਹੋ। ਤੇ ਮੈਂ ਇਹਨਾਂ ਕੋਲ ਗਿਆ, ਮੈਂ ਕਿਹਾ ਜੀ ਇੱਥੇ ਬੋਰਿੰਗ ਜ਼ਿਆਦਾ ਹੋ ਗਿਆ, ਮੈਨੂੰ ਕੋਈ ਕੰਮ ਦਿਓ ਕਿਤੇ, ਕਿਉਂਕਿ ਉਦੋਂ ਰਿਸਪੌਂਸਿਬਿਲਿਟੀਜ਼ ਵੰਡੀਆਂ ਸੀਗੀਆਂ। ਕਿਚਨ 'ਚ ਕਿੰਨੇ ਕਰਨਾ ਉਹਦਾ ਮੇਰਾ ਨਾਮ ਨਹੀਂ ਆਇਆ। ਕਹਿੰਦੇ ਤੁਹਾਨੂੰ ਕੀ ਚੀਜ਼ ਪਸੰਦ ਹੈ? ਮੈਂ ਕਿਹਾ ਜੀ ਆ ਤੁਸੀਂ 4-5 ਮਾਲੀ ਰੱਖੇ ਹੋਏ ਆ, ਇਹਨਾਂ ਨੂੰ ਲੋਨ ਸੁੱਕ ਰਿਹਾ, ਇਹਨਾਂ ਦਾ ਫਾਇਦਾ ਕੀ? ਕਹਿੰਦੇ ਓਕੇ ਤੁਸੀਂ ਲੋਨ ਦਾ ਇੰਚਾਰਜ ਬਣ ਜਾਓ। ਹੁਣ ਲੋਨ 'ਚ ਮੈਂ ਮਾਲੀ ਨੂੰ ਪੂਰਾ ਲੋਨ ਜਿਹੜਾ ਹਰਮਿਟੇਜ ਜਿੰਨੇ ਦੇਖਿਆ, ਉਹ ਲੋਨ ਨੂੰ ਮੈਂ ਪ੍ਰੋਪਰ ਪੇਪਰ 'ਚ ਮਾਰਕ ਕਰਕੇ ਉਹਨੂੰ 10-15 ਹਿੱਸਿਆਂ 'ਚ ਵੰਡਿਆ। ਉਹਨੂੰ ਟਾਈਮ ਦਿੱਤੇ ਵੀ ਸਵੇਰੇ 6 ਵਜੇ ਤੋਂ ਪਾਣੀ ਦੇਣਾ। ਉਹ ਸਪ੍ਰਿੰਕਲਰ ਸੀਗੇ, ਕਰਦੇ ਅਜੇ ਵੀ ਹੋਣੇ,
ਵੀ ਐਸ ਪੋਰਸ਼ਨ ਚ ਤੂੰ ਸਵੇਰੇ 6 ਤੋਂ ਇੰਨੇ ਵਜੇ ਤੱਕ, ਐਸ ਪੋਰਸ਼ਨ ਚ ਇੰਨੇ ਤੋਂ ਇੰਨੇ ਤੱਕ। ਉਹ 15-20 ਦਿਨ ਬਾਅਦ ਮਾਲੀ ਇੰਨੇ ਦੁਖੀ ਹੋ ਗਏ ਮੇਰੇ ਤੋਂ ਕਿ ਉਹ ਕਾਉਂਸਲਰਸ ਤੋਂ ਪੁੱਛਣ ਲੱਗ ਗਏ ਵੀ ਕਰਨਲ ਸਾਹਿਬ ਦੀ ਪ੍ਰੋਗਰਾਮ ਖਤਮ ਕਦੋਂ ਹੋ ਰਿਹਾ। ਤੇ ਡਾਕਟਰ ਸਾਹਿਬ ਨੇ ਚੇਂਜ ਕਰਕੇ ਮੈਨੂੰ ਲਾਤਾ ਵੀ ਤੁਸੀਂ ਫੌਜ ਚ ਰਹੇ ਹੋ, ਜਿਹੜੇ ਸਿਕਿਉਰਿਟੀ ਵਾਲਿਆਂ ਨੂੰ ਸੈਲਿਊਟ ਕਰਨਾ, ਵਰਦੀ ਪਾਣੀ, ਉਹਦੇ ਚ ਕਰ ਦੋ। ਮੈਂ ਉਹਨਾਂ ਨੂੰ ਡਰਿਲ ਸ਼ੁਰੂ ਕਰਾਈ ਸਵੇਰੇ ਫੌਜ ਦੇ ਤਰੀਕੇ ਨਾਲ। ਇੱਕ ਦਿਨ ਮੈਂ ਵਾਸ਼ਰੂਮ ਤੋਂ ਆ ਰਿਹਾ ਸੀ ਤੇ ਉਹ ਦੋ ਆਪਣੇ ਸਿਕਿਉਰਿਟੀ ਵਾਲੇ ਗੱਲ ਕਰ ਰਹੇ ਸੀ। ਕਹਿੰਦੇ ਚੰਗਾ ਡਾਕਟਰ ਨੇ ਕਰਨੈਲ ਮਾਲੀਆ ਤੋਂ ਛੱਡ ਕੇ ਸਾਡੇ ਪਿੱਛੇ ਪਾਤਾ ਹੁਣ। ਫਿਰ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਵੀ ਇਹ ਤੁਹਾਨੂੰ ਪਰਫੈਕਸ਼ਨਿਸਟ ਹੁੰਦੀ ਹੈ, ਵੀ ਤੁਸੀਂ ਹਰੇਕ ਚੀਜ਼ ਪੂਰੀ ਹੁਣ ਚਾਹੁੰਦੇ ਹੋ ਨਹੀਂ ਸਕਦੀ ਉਸ ਹਿਸਾਬ ਨਾਲ। And another good point that we learnt over here, sir ਹਮੇਸ਼ਾ ਇਹ ਚੀਜ਼ ਜਿੰਨੇ ਸਾਡੇ ਕਾਉਂਸਲਰਸ ਨੇ ਸਭ ਇਹੀ ਗਾਈਡ ਕਰਦੇ ਨੇ ਕਿ ਅੱਜ ਚ ਜੀਣਾ ਸਿੱਖੋ। ਅਸੀਂ ਜਾਂ ਤਾਂ ਪਿੱਛੇ ਖੜੇ ਰਹਿੰਦੇ ਹਾਂ, ਉਹ ਤਾਂ ਨਿਕਲ ਗਿਆ, ਪਾਸਟ ਹੈ, ਉਹਨੇ ਦੁਬਾਰਾ ਮੁੜ ਕੇ ਨਹੀਂ ਆਣਾ, ਤੇ ਉਹਨੂੰ ਹੀ ਰੋਈ ਜਾਂਦੇ ਹਾਂ ਅਸੀਂ, ਉਹਨੂੰ ਰੋਂਦੇ ਰੋਂਦੇ ਅੱਜ ਭੁੱਲ ਜਾਂਦੇ ਹਾਂ। ਜਾਂ ਫਿਰ ਅਸੀਂ ਅੱਗੇ ਦਾ ਬਹੁਤ ਸੋਚਣ ਲੱਗ ਜਾਂਦੇ ਹਾਂ, ਜਿਹੜਾ ਕਿ ਅਜੇ ਅਸੀਂ ਦੇਖਿਆ ਹੀ ਨਹੀਂਗਾ, ਪਤਾ ਨਹੀਂ ਹੰਡਾਣਾ ਵੀ ਹੈ ਕਿ ਨਹੀਂ ਹੰਡਾਣਾ ਕੱਲ। ਅੱਜ ਜਿਹੜਾ ਹੰਡ ਰਿਹਾ ਉਹਨੂੰ ਤਾਂ ਚੰਗੀ ਤਰ੍ਹਾਂ ਹੰਡਾ ਲਓ। That is very important. Live in the present. Live in the moment. Enjoy whatever comes your way. ਛੋਟੀਆਂ ਛੋਟੀਆਂ ਖੁਸ਼ੀਆਂ ਨੇ ਤੁਹਾਨੂੰ ਮਿਲਦੀਆਂ ਨੇ। ਤੁਸੀਂ ਇੱਕ ਚਿੜੀ ਨੂੰ ਦੇਖਦੇ ਹੋ, ਉੱਡਦੇ ਹੋ, ਉਹਦੇ ਪੰਖ ਦੇਖਦੇ ਹੋ, ਤੁਸੀਂ ਇੱਕ ਫੁੱਲ ਦੇਖਦੇ ਹੋ, ਉਹਦੇ 'ਚ ਇੱਕ ਡੋਡੀ ਆਈ ਹੈ, ਡੋਡੀ ਦੇ ਰੰਗ ਦੇਖਦੇ ਹੋ ਕਿ ਕਿੰਨੇ ਕੁ ਉਹਦੇ 'ਚ ਛੋਟੇ ਪੱਤੇ ਆਏ ਨੇ, ਫੁੱਲ ਦੇ ਕਲਰ ਦੇਖੋਗੇ, ਖੁਸ਼ਬੂ ਦੇਖੋਗੇ। ਉਹ ਪਰਮਾਤਮਾ ਨੇ ਇੰਨੀ ਸੋਹਣੀ ਕ੍ਰੀਏਸ਼ਨ ਬਣਾਈ ਹੈ, ਇੰਨੀ ਸੋਹਣੀ ਸ੍ਰਿਸ਼ਟੀ ਸਜਾਈ ਹੈ। ਉਹ ਕਿਹਦੇ ਪਿੱਛੇ ਸਜਾਈ ਹੈ? ਸਾਡੇ ਪਿੱਛੇ, ਕਿਉਂਕਿ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ। ਤੇ ਅਸੀਂ ਐਪਰੀਸ਼ੀਏਟ ਕਰਦੇ ਨਹੀਂ ਗੇ, ਛੋਟੀਆਂ ਚੀਜ਼ਾਂ ਨੂੰ ਨਹੀਂ ਅਸੀਂ ਐਪਰੀਸ਼ੀਏਟ ਕਰਦੇ, ਅਸੀਂ ਵੱਡੀਆਂ ਨੂੰ ਦੇਖ ਕੇ ਐਪਰੀਸ਼ੀਏਟ ਕਰਦੇ। ਵੱਡੀ ਕੋਠੀ, ਵੱਡੀ ਗੱਡੀ, ਸੋਹਣੀ ਬੀਵੀ। ਉਹ ਲੋਕਾਂ ਦੀਆਂ ਬੀਵੀਆਂ ਬਾਲੀਆਂ ਸੋਹਣੀਆਂ ਲੱਗਦੀਆਂ ਨੇ ਆਪਣੀਆਂ ਨਾਲੋਂ, ਕਿਉਂਕਿ ਆਪਣੀਆਂ 'ਚ ਤਾਂ ਸਾਨੂੰ ਇਸ ਨੁਕਸ ਲੱਭਦੇ ਨੇ ਸਾਰੇ। ਵੀ ਆਰ ਟ੍ਰਾਈਂਗ ਟੂ ਫਾਈਂਡ ਫਾਲਟਸ ਆਲ ਦੀ ਟਾਈਮ। ਸੋ ਦੂਜੇ ਦੀ ਪਲੇਟ 'ਚ ਜਿਵੇਂ ਕਹਿੰਦੇ ਥਾਲੀ 'ਚ ਲੱਡੂ ਜ਼ਿਆਦਾ ਵੱਡਾ ਲੱਗਦਾ, ਸੋ ਇਟ ਇਜ਼ ਲਾਈਕ ਦੈਟ। ਸੋ enjoy small things in life. Small is beautiful always. ਗਿਣਤੀ 1 ਤੋਂ ਸ਼ੁਰੂ ਹੁੰਦੀ ਹੈ। ਸੋ 1 ਕਿੰਨਾ ਨੰਬਰ ਇੰਪੋਰਟੈਂਟ ਨੰਬਰ ਹੈ। ourselves 1। ਆਪਣੇ ਆਪ ਨੂੰ ਵੀ ਐਪਰੀਸ਼ੀਏਟ ਕਰੋ ਤੇ ਆਪਣੇ ਆਸ-ਪਾਸ ਨੂੰ ਵੀ ਐਪਰੀਸ਼ੀਏਟ ਕਰੋ। ਉਹ ਅਸੀਂ ਭੁੱਲ ਜਾਂਦੇ ਹਾਂ। Another most valid point is 4 to 6. Always. I teach my grandson also the same thing. Neither too high nor too low. Balance. का क्वेश्चन का जवाब भी दो। जैसा सर ने बोला उन्होंने कि पहले पेशेंट बहुत हैप्पी होता था, अब ट्रीटमेंट के बाद शायद उसको वो हैप्पीनेस नहीं मिलेगी, तो वो वाली हैप्पीनेस और अब जो ट्रीटमेंट के बाद वाली आपकी हैप्पीनेस है उसको भी थोड़ा सा डिफरेंशिएट हाँ, करके वो बताइए। बताती हूँ अभी। जब एडिक्शन में थे, हमारी कोई कम्युनिकेशन नहीं होती थी। कम्युनिकेशन क्या होती थी? खाने में क्या बना है, बस खाने में क्या बना है, खाना खाया एंड दैट इज इट। उसके अलावा और कुछ नहीं था। ना पता होता था कि घर में क्या हो रहा है, क्या आ रहा है, कहीं जाना है, कोई इंपॉर्टेंट टास्क है, वो चीज़ की कभी कम्युनिकेशन नहीं हुई है। नो प्लानिंग, नो कम्युनिकेशन। एडिक्शन में बिल्कुल ही लाइफ कट ऑफ हो गई थी। मैंने अपने बेटे के साथ भी ये चीज़ शेयर करी थी कि जब मैं एक सोशल, इमोशनल, फाइनेंशियल, फिजिकल, ये चारों चीज़ें नहीं एक पार्टनरशिप में हम कर पा रहे, तो फिर हमारा इकट्ठे रहने का क्या फ़ायदा है। तो ही यूज्ड टू बी माई काउंसलर एट दैट टाइम, क्योंकि हम तब तक ट्रीटमेंट में नहीं आए थे।
दैट इज आई एम टॉकिंग अबाउट 2005। ट्रीटमेंट में तो हम 2015 में आए। मैं उसके साथ बहुत क्लोज हूँ, बहुत स्ट्रॉन्ग बॉन्ड है। आई शेयर ईच एंड एवरीथिंग विद हिम, ट्रांसपेरेंसी, टोटली ट्रांसपेरेंसी। तो वो जो समा था वहां पर उस टाइम कम्युनिकेशन नहीं थी, फिजिकल रिलेशंस भी स्ट्रेंड थे, फाइनेंशियल तो थे ही थे क्योंकि उधर तो दारू में ही सब कुछ निकली जा रहा था। इमोशनल ये थे कि मैं कोई दिल की बात कर ही नहीं सकती हूँ, शेयर ही नहीं कर सकती हूँ, क्योंकि वो सुनने को ही नहीं तैयार है। क्योंकि सुनने को क्यों नहीं तैयार? क्योंकि वो तो तब तक बेहोश होते थे। तो सुनाऊं किसको? अपना दिल का दुखड़ा किसको सुनाऊं? किसी को भी नहीं। सो आफ्टर दी कमिंग इनटू द प्रोग्राम, ये चीज जो है इसको वक्त लगा है। पहले 3 साल इतनी स्ट्रॉन्ग कम्युनिकेशन नहीं थी क्योंकि पेशेंट अभी बहुत यंग था, इन्फेंट स्टेज में था, उसका दिमाग अभी पूरी तरह से काम नहीं कर पा रहा था। वो तो सहारा लेकर चल रहा है। क्यों? किस चीज का सहारा ले रहा है? डॉक्टर साहब का, दवाइयों का, वाइफ का, फैमिली का। और अब जो है कम्युनिकेशन अब स्ट्रॉन्ग है आफ्टर सो मेनी इयर्स। तो इट इज अ कॉन्टिन्यूअस प्रोसेस, ये जर्नी है। जैसे जैसे दिन आगे बढ़ते जाएंगे वो सफर थोड़ा थोड़ा स्मूथ होता जाएगा। ये पहली वाली से मच बेटर है। हम कभी हनीमून पर नहीं गए, हनीमून पीरियड हमारा अब स्टार्ट हुआ है। अब बताओ, जर्नी अब स्मूथ हुई है। मैम हमारी एडिक्शन और डिजीज का हमारे बच्चों पे बहुत असर है। मैं थोड़ा सा आपकी डॉटर से भी पूछना चाहती हूँ कि एज अ डॉटर आपके ऊपर क्या असर होता था और आज पापा को रिकवरी में देख के हाउ डू यू फील? बस माइक है? नहीं, नो, you यू need a टेक mic. माइन। हम लाइव पे हैं। काफ़ी असर होता है घर पे बिकॉज पापा जब रिटायरमेंट तो बाद ਜਦੋਂ ਘਰੇ ਆਏ ਸੀ that was in year 2000 ਤੇ 2000 ਤੋਂ ਲੈ ਕੇ 2015 ਤੱਕ ਸਾਡੇ ਘਰੇ ਇਹੀ ਹੁੰਦਾ ਸੀ ਤੇ obviously ਮਤਲਬ ਜਦੋਂ ਵੀ ਪਾਪਾ ਨੇ ਬਾਹਰ ਜਾਣਾ ਇਹੀ ਹੁੰਦਾ ਸੀ ਵੀ ਹੁਣ ਪੀ ਕੇ ਹੀ ਆਣਗੇ ਮਤਲਬ ਕੱਲੇ ਗਏ ਹੈ ਇਹ ਹੁੰਦਾ ਸੀ ਵੀ ਮੈਂ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਣਾ या ये होता था शक सारा दिन दिमाग में हमारे भी यही चलता था कि अब बाहर गए हैं अब पीकर ही आएंगे और अब फिर घर में मतलब कलेश नहीं होता है वो सब हर किसी का पीने के बाद अपना अपना टेम्परामेंट है कोई लड़ेगा कोई चुप हो जाएगा कोई सो जाएगा वो मुझे अभी काफ़ी साल बाद खुद शादी हुई है तो समझ आया है इन चीज़ों का उस टाइम पे नहीं पता था बस यही होता था कि क्यों पीकर आ रहे हैं पीकर आके पापा बहुत डोसाइल थे तो हमेशा आके सो जाते थे लड़ाई नहीं होती थी हमारे घर में या कोई गाली गलोच मैंने नहीं सुनी है हमारे घर में पापा के मुंह से या ब्रदर के मुंह से ते पापा ने आके सौ जाना बट ये है भी थ्रू आउट मम्मा ने सारा कुछ संभाया है घरे भी ते किसी दे असी फंक्शन ते भी जाना हुंदा सी उदों भी यही हुंदा सी हुण पापा ने पी के सौ जाना हुण सानू ही जाना पैना है भी उत्थे सारिਆਂ ने फिर पुछना फिर यही हुंदा सी ਵੀ ਉਹ ਹੁਣ ਠੀਕ ਨਹੀਂ ਹੈ ਉਹਨਾਂ ਦੀ तबीयत खराब हो गई ਉਹ थके हुए आए सी ते वो सौ गए वो वाला ट्रॉमा उस टाइम पे तो ले लिया क्योंकि यंग थे कुछ पता मतलब ज़्यादा था नहीं तो तब मेरा माइंड सैट यही होंदा सी भी ਵਿਆਹ नहीं होया ਤੇ ਜਦੋਂ ਵੀ ਮੈਂ ਵਿਆਹ ਕਰਨਾ ਹੈ ਇਹੋ ਜਿਹਾ ਮੁੰਡਾ ਲੱਭਣਾ ਜਿਹੜਾ ਪੀਂਦਾ ਨਾ ਹੋਵੇ ਕਿਉਂਕਿ ਪੀਣ ਨਾਲ ਥੋੜੀ ਜੀ ਨਫ਼ਰਤ ਹੋ ਗਈ ਜੀ ਅਨਫੋਰਚੂਨੇਟਲੀ ਮੈਨੂੰ ਨਹੀਂ ਮਿਲਿਆ ਜਿਹੜਾ ਉਹ ਪੀਂਦੇ ਹੀ ਨੇ ਤੇ पर इस प्रोग्राम तो बाद इन्ना क फायदा होया है क्योंकि ਜਦੋਂ ਮੇਰਾ ਬੇਟਾ ਹੋਇਆ ਸੀ that was the time ਪਾਪਾ ਰੀਹੈਬ ਚ ਆਏ ਸੀ ਤੇ ਉਹਦੀ ਏਜ ਤੇ ਬਾਬਾ ਦੀ ਰਿਕਵਰੀ ਸੇਮ ਹੈ 10 ਇਅਰਸ ਕਿਉਂਕਿ ਮੈਂ ਉਦੋਂ ਪਾਪਾ ਨੂੰ ਬੋਲਿਆ ਸੀ ਜਿਸ ਦਿਨ ਮੈਂ ਡਿਲੀਵਰੀ ਲਈ ਗਈ ਸੀ ਮੈਂ ਇੱਥੇ ਹੀ ਸੀ ਇਹਨਾਂ ਕੋਲ ਉਸ ਦਿਨ ਵੀ ਪਾਪਾ ਪੀ ਕੇ ਘਰੇ ਪਏ ਸੀ ਮੰਮਾ ਮੈਨੂੰ ਹਸਪੀਟਲ ਛੱਡ ਕੇ ਮੈਂ ਕੱਲੀ ਉੱਥੇ ਡ੍ਰਿਪ ਲਾ ਕੇ ਪਈ ਸੀ ਮੰਮਾ ਸਾਰਾ ਸਮਾਨ ਇਕੱਠਾ ਕਰਨ ਗਏ ਸੀ ਤੇ ਮੇਰੇ ਇਨ-ਲॉज ਆਏ ਉਹਨਾਂ ਨੂੰ ਵੀ ਇਹੀ ਬੋਲਿਆ ਵੀ ਡਿਲੀਵਰੀ 'ਚ ਉਹਨਾਂ ਨੂੰ ਫਿਰ ਸ਼ਰਮ ਆ ਰਹੀ ਸੀ ਇਸ ਕਰਕੇ ਉਹ ਆਏ ਨਹੀਂ ਤੇ ਇਸ ਕਰਕੇ ਘਰੇ ਨੇ ਵੀ ਸਾਰਿਆਂ ਕੋਲੋਂ ਪਰਦਾ ਰੱਖਣਾ ਪੈਂਦਾ ਹੈ ਬਟ ਹੁਣ ਅਸੀਂ ਬਹੁਤ ਓਪਨ ਹੈ ਇਸ ਚੀਜ਼ ਕਰਕੇ ਈਵਨ ਮੇਰੇ ਹਸਬੈਂਡ ਆਰਮੀ 'ਚ ਨੇ ਤੇ ਹੁਣ ਮੈਂ ਉੱਥੇ ਵੀ ਸ਼ੇਅਰਿੰਗ ਇਹੀ ਹੁੰਦੀ ਹੈ ਵੀ ਜੇ ਕਿਸੇ ਨੂੰ ਹੈਲਪ ਦੀ ਲੋੜ ਹੈ ਵਾਈ ਨਾਟ ਵੀ ਇੱਥੇ ਆ ਕੇ ਪਤਾ ਚੱਲਦਾ ਵੀ ਬਹੁਤ ਲੋਕੀ ਨੇ ਜਿਹੜੇ ਇਹਦੇ ਵਿੱਚੋਂ ਨਿਕਲ ਰਹੇ ਐਂਡ ਇਟ ਇਜ਼ ਨਾਟ ਓਨਲੀ ਐਲਕੋਹਲਿਜ਼ਮ ਮੈਂ खुद दवाई लिती है
ਅੰਕਲ ਕੋਲੋਂ ਹੁਣ ਵੀ ਮੇਰੀ ਦਵਾਈ ਚੱਲ ਰਹੀ ਹੈ ਫॉर ਸਟ੍ਰੈਸ ਐਂਡ ਐਂਗਜ਼ਾਇਟੀ। ਤੇ ਉਸ ਤੋਂ ਬਾਅਦ ਮੇਰੇ ਵੀ ਰਿਲੇਸ਼ਨਸ ਕਾਫੀ ਖਰਾਬ ਮੇਰੇ ਹਸਬੰਡ ਨਾਲ ਹੋਏ ਹੈ, ਤੇ ਉਦੋਂ ਵੀ ਜਿਹੜਾ ਕੁਝ ਇਹ ਇੱਥੋਂ ਸਿੱਖ ਕੇ ਗਏ ਹੈ ਵੀ ਜਦੋਂ ਵੀ ਡਰਿੰਕ ਕੀਤੀ ਹੋਈ ਹੈ ਤੁਸੀਂ ਨਹੀਂ ਅੱਗਿਓਂ ਬੋਲਣਾ ਜਾਂ ਬੰਦੇ ਨੂੰ ਨਹੀਂ ਇਨਸਟੀਕੇਟ ਕਰਨਾ, ਲੜਾਈ ਨਹੀਂ ਪਿਕ ਕਰਨੀ, ਕਿਉਂਕਿ ਉਦੋਂ ਬੰਦਾ ਲੜੂਗਾ ਹੀ ਘਰੇ, ਕਲੇਸ਼ ਪਊਗਾ ਹੀ ਪਊਗਾ। ਤੇ ਬੈਟਰ ਹੈ ਚੁੱਪ ਕਰ ਜਾਓ, वो वाला टाइम निकल जाएगा एंड लेट द टाइम गो बाय एंड टच वुड बाय द ग्रेस ऑफ गॉड एवरीथिंग इज ओके। मतलब ਉਹ ਪੇਸ਼ੈਂਸ ਉਦੋਂ ਰੱਖ ਲਈ। ਅੱਜ ਮੇਰੇ ਮੈਰਿਜ ਨੂੰ 13 ਇਅਰਸ ਹੋ ਚੁੱਕੇ ਨੇ, 13.5 ਸਾਲ। ਉਹ ਪੇਸ਼ੈਂਸ ਦਾ ਨਤੀਜਾ ਵੀ ਇੱਥੇ ਤੱਕ ਆ ਗਿਆ ਤੇ ਟੱਚ ਵੁੱਡ ਚੀਜ਼ਾਂ ਕਾਫੀ ਬੈਟਰ ਹੋ ਗਈਆਂ ਨੇ। ਬਟ ਇਹ ਹੈ ਵੀ ਹਾਂਜੀ ਉਹ स्ट्रेस लेवल थोड़ा 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 कर करके वो बढ़ रहा था। मतलब वो मम्मा क्योंकि शेयरिंग मेरे साथ करते थे, क्योंकि हमने देखा है वो पापा का फेज। ब्रदर मेरा बहुत छेती बाहर चला गया सी, उन्हें वो देखा नहीं है कि कैसे आते हैं या पी हुई है पड़े हुए हैं, तो वो इफेक्ट पढ़ते पढ़ते मे बी अभी तक वो इफेक्ट पड़ा है, पर काफी कुछ जो सीखा है वो मेरी मैरिड लाइफ में भी मेरे को काम आया है। आज पापा को देखकर कैसे लगता है, बहुत क्या अच्छा। जो सीखते मम्मा हो? ने अभी बोला है कि उनका हनीमून पीरियड अभी स्टार्ट हुआ है, एक्चुअली में अभी स्टार्ट हुआ है। जिंदगी हमने अभी जी है। मतलब अब लगता है कि घर में जो यहाँ पे किसी ने बोला था कि लाइफ वैसी नहीं रहेगी, मतलब पहले ज्यादा खुश थे बाद में नहीं होगे, मैं उसको डिफर करती हूँ। बाद में और ज्यादा खुश होगे जब यहाँ से प्रोग्राम करके जाओगे, और जब इतना लंबा आप सफर तय कर लोगे और ज्यादा खुशी होएगी घर पे। बाय बाबा जी ग्रेस हैगी है। मतलब अब लग रहा है कि हाँ जी हमारी फैमिली कंप्लीट है, हम हंस खेल रहे हैं। वो जितना मजाक अपने नाना नानी के साथ करता है किसी के साथ नहीं करता। रिकवरी हैज रिवॉर्ड्स, Yes. पर उसके It has लिए rewards. हाँ मेहनत करनी मेहनत करनी बहुत पड़ेगी। जरूरी है। Patience and Patience मेहनत and hard work, yes. कंसिस्टेंसी, वन डे प्रोग्राम, हर रोज सीखना, फ्लो में रहना, दैट इज द थिंग। कि प्रोग्राम खत्म हो जाएगा वो फिर से एक वीक स्टेटमेंट है, प्रोग्राम कभी नहीं खत्म होना। यहाँ पर इतने सारे एग्जांपल्स हैं, जसबीर अंकल, नम्रता मैम, सर, मैम, हम मतलब सबकी अपनी अपनी जर्नीज है। टाइम पीरियड्स भी समय के साथ भूल जाते हैं। द ओनली थिंग इज द जॉय, द प्रोसेस। और ऐसा नहीं है मैम, आपका क्या ये जो 10 साल की जर्नी थी, अब आज का जॉय सबको दिख रहा है, आज की ब्राइटनेस दिख रही है, पर क्या वो एक पेनलेस जर्नी थी? क्या उसमें अप्स एंड डाउन्स नहीं आए? क्या हमारी स्लिप्स या टुवर्ड्स रिलैप्सेस हम नहीं गए? वो भी बताना ज़रूरी है, I'll क्योंकि just share that. हाँ प्लीज शेयर दैट। थिंग इज कि लाइफ में अप्स एंड डाउन्स आते हैं। मेरे हस्बैंड जब एडिक्शन में थे और उससे पहले भी कभी डेथ को एक्सेप्ट नहीं कर पाते थे। कभी भी किसी की फ्यूनरल क्रीमेशन पर नहीं जाते थे, अवॉइड करते थे। बिकॉज आई डो नॉट नो क्या था, फियर फैक्टर था, क्या था मेरे को नहीं मालूम। इनफैक्ट जब मेरे मदर की भी डेथ हुई है तब भी ये पीकर ही आए थे। मतलब मैं अपनी ग्रीफ कभी इनके साथ शेयर नहीं कर सकी। चलो वो बातें होती गई हैं, बट अब भी जब हम रिकवरी का प्रोसेस जब शुरू हुआ है, लाइफ में अप्स एंड डाउन्स आए हैं। आई लॉस्ट माई ब्रदर, आई लॉस्ट माई भाभी इन वन गो, इन 15 days टाइम। 2 फैमिलीज, 2 ब्रदर्स की फैमिलीज अफेक्ट हुई हैं, बट टचवुड ही स्टूड बाय मी एंड stood by me and he took the responsibility कि हम जहाँ पर भी गए हैं ऐसा नहीं था कि भी जैसे पहले होता था बिहेवियर पैटर्न की भी चुप करके बैठे हुए हैं एक कोने में हैं, किसी के साथ बात नहीं कर रहे हैं। पूरी इंटरेक्शन हुई है और मतलब शेयरिंग थी हमारी आपस में कि ही कुड फील कि हाउ इमोशनली अपसेट आई एम। एंड डेफिनेटली मैं मैकेनिकली बहुत चीज़ें करती हूँ, पहले भी करती थी। जब सबसे छोटे ब्रदर की डेथ हुई है, 95 की बातें कर रही हूँ, 30 years बैक, तो उस टाइम भी हम शेयर नहीं कर सके थे ये ग्रीफ। मैं सारे काम मैकेनिकली कर रही थी। मदर की डेथ हुई तब भी यही था। पर अभी ये 2 डेथ्स रिसेंटली 2 years बैक हुई। लास्ट ईयर इनके मदर की हुई एंड आई प्रिपेयर्ड हिम वेल फॉर दैट पर्टिकुलर पासिंग अवे ऑल्सो बिकॉज आई न्यू शी वॉज ओल्ड, शी वॉज 94। और मेरे को ये था कि जिस दिन वो हॉस्पिटल गए हैं, सो आई जस्ट टोल्ड हिम कि टेक लाइफ इजी, इट कैन बी वर्स ऑल्सो, बट वी हैव टू लेट हर गो नाउ, इट इज टाइम।
टाइम आ गया है तो उस चीज को आपको एक्सेप्ट करना पड़ेगा. वी कांट होल्ड हर बैक ना. जब आना टाइम तो डेफिनेटली चीजें सारी मैंने करी बट ही वॉज स्टेबल. वो उस टाइम रिलैप्स नहीं हुआ. रिलैप्स के चांसेस पहले हुए. 2 साल पहले की बातें हैं, 3 साल पहले 22 की बात है ये. 22 में क्या हुआ कि घर में मदर इन लॉ थे, सिस्टर इन लॉ थे, मैं थी और ये थे. तो हमारा बेडरूम ऊपर, कम डाउन. मैं मम्मी के साथ सोती थी क्योंकि मैं मम्मी के साथ पूरा टाइम होती थी ना. खाना उनको खिलाया, उनको दवाई खिलाई, सब कुछ इट वाज सेंटर्ड अराउंड हर नीड्स. बाथरूम लेकर जाना है ना, वॉशरूम लेकर जा रहे हो आप. उन दिनों में ऐसे ही पता नहीं क्यों एक दिन ऐसे मैंने बोला कि मैंने डॉग की फीड लेने जानी थी. तो मैंने बोला आप मम्मी के पास बैठो. कहते नहीं यार वो मम्मी बाथरूम जाते हैं, फिर बड़ा मुश्किल हो जाता है. वो आपने निकलना है, मम्मी ने बोल देना मैंने बाथरूम जाना है, तो मैं क्या करूँगा, मैं ले आता हूँ फीड. मेरे को ना थोड़ा सा अपने में, जैसे आप बोलते हो कि डर नहीं था. मेरे को कभी प्रोग्राम के आने में मेरे को कभी डर नहीं लगा. आप जैसे बोलते हो कि ਸਾਨੂੰ ਡਰ ਲੱਗਿਆ ਰਹਿੰਦਾ ਵੀ ਕਿਵੇਂ ਹੋਊਗਾ ਘਰ ਜਾ ਕੇ, ਮੈਨੂੰ ਕਦੇ ਡਰ ਨਹੀਂ ਲੱਗਿਆ. ਡਰ ਨੂੰ ਪਿੱਛੇ ਛੱਡ ਦਿਓ. ਜਦੋਂ ਤੁਸੀਂ ਇੱਥੇ ਆ ਗਏ ਇੱਥੋਂ ਸਿੱਖ ਕੇ ਜਾਓ. ਡਰ ਨਹੀਂ ਹੈ. ਡਰ ਦੇ ਨਾਲ ਤਾਂ ਜ਼ਿੰਦਗੀ ਨਹੀਂ ਚੱਲਦੀ. ਉਦੋਂ ਜ਼ਰੂਰ ਮੈਨੂੰ ਥੋੜੀ ਜਿੰਨੀ ਇੱਕ ਦਿਮਾਗ 'ਚ ਹੈਜ਼ਿਟੇਸ਼ਨ ਆਈ ਸੀ ਕਿ ਇਹ ਬੰਦਾ ਕਹਿ ਰਿਹਾ ਮੈਂ ਜਾ ਕੇ ਲਿਆਣਾ. ਬਾਈ ਚਾਂਸ ਮੇਰੇ ਕੋਲ ਉਦੋਂ 2-2000 ਦੇ ਨੋਟ ਸੀਗੇ ਤੇ ਮੈਨੂੰ ਥੋੜਾ ਜਿਹਾ ਡਾਊਟ ਹੋਇਆ ਕਿ ਅੱਜ ਕਿਵੇਂ ਕਰੂੰਗੀ. ਇੰਨੇ ਪੈਸੇ ਤਾਂ ਕਦੇ ਹੈਂਡਲ ਹੀ ਨਹੀਂ ਕੀਤੇ. ਇਹਨਾਂ ਨੂੰ ਤਾਂ ਮੈਂ ਪੈਸੇ ਨਹੀਂ ਦਿੰਦੀ ਹੈਗੀ. 100 ਰੁਪਇਆ ਹੁੰਦਾ ਹਸਬੈਂਡ ਦੀ ਜੇਬ 'ਚ, ਉਹ ਵੀ ਐਮਰਜੈਂਸੀ ਲਈ ਹੁੰਦਾ ਵੀ ਕਿਤੇ ਬਾਈ ਚਾਂਸ ਬੰਦਾ ਗਿਆ ਹੁੰਦਾ ਤਾਂ ਕੋਈ ਚੀਜ਼, ਕੋਈ ਬੰਦਾ ਕਿਤੇ ਬਾਈ ਚਾਂਸ ਵਾਕ ਕਰਨ ਵੀ ਅਗਰ ਗਏ ਨੇ ਕਿਤੇ ਲੋੜ ਪੈ ਜਾਂਦੀ ਹੈ ਤਾਂ ਕਰਕੇ. ਅਦਰਵਾਈਜ਼ ਨੋ ਕ੍ਰੈਡਿਟ ਕਾਰਡਸ, ਨੋ ਡੈਬਿਟ ਕਾਰਡਸ, ਨੋ ਮਨੀ. ਉਦੋਂ ਜੀ ਇਹ ਮੈਨੂੰ ਕਹਿੰਦੇ ਵੀ ਮੈਂ ਤਾਂ ਲਿਆਣਾ. ਮੈਨੂੰ ਕਹਿੰਦੇ ਕਿੰਨੇ ਦੀ ਆਂਦੀ ਆ. ਮੈਂ ਕਿਹਾ ਵਾਹ 3600 ਦੀ ਆਂਦੀ ਹੈ, ਪਰ ਪਤਾ ਨਹੀਂ ਮੈਂ ਕਿਹਾ ਉਹਦੀ ਦੂਜੀ ਵੀ ਕੋਈ ਚੀਜ਼ ਲੈ ਕੇ ਆਉਣ ਵਾਲੀ ਸੀ. ਕਹਿੰਦੇ ਅਗਰ ਜ਼ਿਆਦਾ ਪੈਸੇ ਲੱਗੇ, ਹੁਣ 2 ਨੋਟ ਤਾਂ ਮੈਂ ਦੇ ਦਿੱਤੇ, 4000 ਦੇ ਦਿੱਤਾ, ਪਰ ਉਹ 4000 ਬਹੁਤ ਮੈਨੂੰ ਨਾ ਖੜਕ ਰਿਹਾ ਸੀ ਕਿਸੇ ਪਾਸੇ ਕਿ ਨਹੀਂ ਗਲਤ ਹੈ ਕੰਮ ਇਹ ਹੋ ਰਿਹਾ. ਪਰ ਮੈਂ ਇਹ ਬੋਲੀ ਨਹੀਂ ਕਿਉਂਕਿ ਮੈਂ ਕਿਹਾ ਅਗਰ ਡਾਊਟ ਮੈਂ ਆਪਣੇ ਮਨ 'ਚੋਂ ਦੇ ਦਿੱਤਾ ਤੇ ਉਹ ਤਾਂ ਪਹਿਲਾਂ ਹੀ ਛਾਤਰ ਦਿਮਾਗ ਹੈ, ਉਹਨੇ ਕਹਿਣਾ ਵੀ ਹਾਂ ਤੂੰ ਮੇਰੇ ਉੱਪਰ ਸ਼ੱਕ ਕਰਦੀ ਆਂ, ਲੈ ਫਿਰ ਹੁਣ ਮੈਂ ਚੱਲਿਆ. ਇਹ ਮੈਂ ਨਹੀਂ ਬੋਲੀ, ਇਹ ਵੀ ਨਹੀਂ ਬੋਲੇ. ਕਹਿੰਦੇ ਅਗਰ ਜ਼ਿਆਦਾ ਪੈਸੇ ਲੱਗੇ, ਮੈਂ ਕਿਹਾ ਅੱਛਾ ਚਲੋ ਆ ਲਓ ਇੱਕ ਹੋਰ ਲੈ ਜਾਓ. ਪਰ 6000 ਹੋ ਗਿਆ. ਮੇਰਾ ਮਨ ਨਾ ਮੰਨੇ ਵੀ ਹੁਣ ਕੀ ਹੋਊਗਾ. ਮੈਂ ਮੰਮੀ ਦੇ ਕੋਲ ਬੈਠੀ ਹਾਂ ਪਰ ਘਰ 'ਚ ਹੋਰ ਕੋਈ ਬੰਦਾ ਹੈ ਨਹੀਂਗਾ ਵੀ ਹੁਣ ਕੀ ਬਣਨਾ. ਇਹ ਗੱਡੀ ਤੱਕ ਗਏ ਨੇ, ਗੱਡੀ ਤੋਂ ਵਾਪਸ ਆ ਗਏ ਬਾਹਰੋਂ निकल के गेट तो. मैं क्या हुआ, कुछ नहीं यार. कहते मैंने सोचा तुम ही ले आओ. उस टाइम नहीं मेरे साथ शेयर करा क्या हुआ, तुसी ले आओ, मैं बैठदा मम्मी दे कोल. मैं कहा पक्का, हाँ. ही सेज यस, जाओ. चलो आई वेंट, आई ब्रॉट द फीड. उदों भी नहीं शेयर होया, रात ਨੂੰ नहीं गल शेयर हुई. सवेरे ब्रेकफास्ट तो पिछों 9:30 ਵਜੇ ਸੀਗੇ ਤੇ ਸੋਫੇ ਤੇ ਬੈਠੇ ਤੇ ਮੈਨੂੰ ਕਹਿੰਦੇ ਜਸਬੀਰ ਸਰ ਨਾਲ ਮੈਂ ਗੱਲ ਕਰਨੀ ਹੈ. ਸਭ ਤੋਂ ਪਹਿਲਾਂ SOS ਕਾਲ ਜਸਬੀਰ ਸਰ ਨੂੰ ਹੋਈ. ਕਹਿੰਦੇ ਸਰ ਮੈਨੂੰ ਨਾ ਇਦਾਂ ਕ੍ਰੇਵਿੰਗ ਹੋ ਰਹੀ ਹੈ. ਉਹ ਕਹਿੰਦੇ 1 ਮਿੰਟ ਲਗਾਓ, ਡਾਕਟਰ ਸਾਹਿਬ ਨੂੰ ਫੋਨ ਕਰੋ ਫਟਾਫਟ. ਤੇ ਜਦੋਂ ਇਹਨਾਂ ਨੇ ਇਹ ਗੱਲ ਕੀਤੀ ਨਾ ਤਾਂ ਮੈਨੂੰ ਤਾਂ ਉਦੋਂ ਹੀ ਪਤਾ ਸੀ ਡਾਕਟਰ ਸਾਹਿਬ ਨੇ ਕਹਿਣਾ ਹੁਣੇ ਬਸਤਾ ਪੈਕ ਕਰੋ ਤੇ ਆ ਜਾਓ. ਆਈ ਨਿਊ ਇਟ ਕਿ ਐਮਰਜੈਂਸੀ ਹੈ ਹੁਣ ਤਾਂ. ਇਹਨਾਂ ਨੇ ਡਾਕਟਰ ਸਾਹਿਬ ਨੂੰ ਫੋਨ ਕਰਤਾ ਤੇ ਡਾਕਟਰ ਸਾਹਿਬ ਨੇ ਉਦੋਂ ਹੀ ਕਿਹਾ ਵੀ ਆ ਜਾਓ, ਕਮ ਟੂ ਹਰਮਿਟੇਜ. ਆਪਾਂ ਇਹਨਾਂ ਦੇ 4 ਕੱਪੜੇ ਪੈਕ ਨਹੀਂ ਕੀਤੇ, ਆਪਣਾ ਕੁਝ ਨਹੀਂ ਲਿੱਤਾ. 4 ਕੱਪੜੇ ਪੈਕ ਕੀਤੇ, ਆਪਣੀ ਮੇਡ ਨੂੰ ਬਿਠਾ ਦਿੱਤਾ. 11:30 ਹੋਏ ਸੀ ਉਸ टाइम तक. मैं कहा चंदा हिलेंगी नहीं जितनी देर तक मैं नहीं आती. 5 घंटे मेरे को लगेंगे ही लगेंगे. 2.5-2.25 घंटे में मैं गाड़ी लगा देती हूँ. 2.25 जाने के 2.25 आने के, आधा घंटा वहाँ रुकूंगी बस. मेरे तक वेट करनी है, मम्मी को नहीं छोड़ कर जाना कि सामने वाले घर में तूने काम करने जाना, बाद में जाना शाम को. वही हुआ, आए हर्मिटेज में दाखिल हो गए जी. ये तो सर को था कि 6-7 दिन तो रखना ही था. मेरे को भी था कि ओपन है, जिन्ने दिन सर कहेंगे उन्ने दिन रहणगे. तो ही स्टेड अराउंड आई थिंक 10 days सर एट दैट टाइम. तो वो एक पॉइंट आया सी रिलैप्स का. होया नहीं, फिजिकली नहीं होया, पर मैंटली होया. और किस चीज़ ने बचाया थानू पता? डॉक्टर साहब की घड़ी ने. ਆ ਘੜੀ ਪਾਈ ਹੋਈ।
ਤੇ ਗੱਡੀ ਤੱਕ ਗਏ ਇਹ ਘੜੀ ਇੱਕਦਮ ਘੜੀ ਨੇ ਦੇਖਿਆ ਮੈਨੂੰ ਉਹ ਤੋਂ ਪਹਿਲਾਂ ਰਿਕਵਰੀ ਬਰਥਡੇ ਤੇ ਮੇਰੇ ਖਿਆਲ 7th ਕੇ 8th 7th ਡਾਕਟਰ ਸਾਹਿਬ ਨੇ ਦਿੱਤੀ ਸੀ ਵੀ ਅੱਛੀ ਰਿਕਵਰੀ ਕਰਨ ਵਾਲੇ ਨੂੰ ਉਹ ਘੜੀ ਦਿੰਦੇ ਆ। ਉਹਨਾਂ ਨੇ ਇਹ ਘੜੀ ਦਿੱਤੀ ਮੈਨੂੰ, ਤੇ ਜਦੋਂ ਮੈਂ ਕਾਰ ਸਟਾਰਟ ਕੀਤੀ ਇਹ ਘੜੀ ਦੇਖੀ ਮੈਨੂੰ ਲੱਗਿਆ ਵੀ ਈਦਰ ਆਈ ਡੋਂਟ ਡਿਜ਼ਰਵ ਦਿਸ ਵਾਚ ਔਰ ਆਈ ਡੋਂਟ ਡਿਜ਼ਰਵ ਬੀਅਰ। ਫਿਰ ਮੈਂ ਵਾਪਸ ਆ ਗਿਆ ਤੇ so that was the sharing that he gave ਹੈ ਨਾ। ਫਿਰ ਉਹ ਅਸੀਂ ਮੌਕਾ ਸੰਭਾਲ ਲਿਆ। ਤੋ ਅਗਰ ਨਾ ਹੁੰਦਾ ਤੇ ਫਿਰ ਤਾਂ ਹੋ ਹੀ ਜਾਣਾ ਸੀ, ਫਿਜ਼ੀਕਲ ਵੀ ਹੋ ਜਾਣਾ ਸੀਗਾ, ਹੈ ਨਾ। ਪਹਿਲਾਂ ਸਲਿੱਪ ਹੁੰਦੀ ਹੈ ਫਿਰ ਰਿਲੈਪਸ ਹੋ ਜਾਣਾ ਸੀ। ਤੋ ਉਹੀ ਕਹਾਣੀ ਹੈ, ਫਿਰ ਆਪਣੇ ਆਪ ਨੂੰ ਤਾਂ ਬਚਾਅ ਕਰਨਾ ਹੀ ਕਰਨਾ ਹੈ। ਹਜੇ ਤੱਕ ਵੀ ਉਸੇ ਚੀਜ਼ 'ਚ ਹੀ ਚੱਲਦੇ ਆ, ਪੈਸੇ ਜ਼ਿਆਦਾ ਨਹੀਂ ਹੁੰਦੇ।